ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਪੁੰਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਛੰਦ ਮਹਿਮਾ ਮਾਣ ਨ ਪਰਹਿ ਪਗ ਜਿਹ ਬੜੇ ਕੁਭਾਗਾ। ਪਾਤਸ਼ਾਹ ਕੇ ਪਾਸ ਮਹਿ ਚਾਰੀ ਅਨੁਰਾਗਾ। ਮਹਿਮਾ ਮਾਣ ਨ ਪਰਹਿ ਪਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਬ ਕਾਇਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਦਿਨ ਦੇ ਚੌਥੇ ਪਹਿਰ ਦੀ ਹਾਜ਼ਰੀ ਭਰ ਕੇ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੋ ਸਾਧ ਸੰਗਤ ਹੁਣ ਸਮਾਂ ਹੈ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਨਾਲ ਜੁੜਨ ਦਾ। ਜੋ ਪਾਵਨ ਇਤਿਹਾਸ ਦਾ ਪ੍ਰਸੰਗ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੋ ਕਿ ਜਿੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਵਡਿਆਈਆਂ ਦੇਸ਼ ਵਿਦੇਸ਼ ਦੇ ਵਿੱਚ ਦਿਨ ਦੁਗਣੀਆਂ ਰਾਤ ਚੌਗਣੀਆਂ ਵੱਧਦੀਆਂ ਜਾ ਰਹੀਆਂ ਨੇ। ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਜਾ ਰਿਹਾ ਹੈ। ਗੁਰੂ ਕੀਆਂ ਸਿਫਤਾਂ ਦਾ ਹਰ ਪਾਸੇ ਬੋਲਬਾਲਾ ਹੋ ਰਿਹਾ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਨੁੱਖਤਾ 'ਤੇ ਪਰਉਪਕਾਰ ਕਰ ਰਹੇ ਨੇ। ਦਰ ਆ ਹਰ ਇੱਕ ਮਨੁੱਖ ਜੋ ਦਰ 'ਤੇ ਆਉਂਦਾ ਹੈ ਰਾਜੀ ਖੁਸ਼ੀ ਪ੍ਰਸੰਨ ਹੋ ਕੇ ਸਤਿਗੁਰਾਂ ਦੇ ਘਰ ਤੋਂ ਜਾਂਦਾ ਹੋਇਆ ਗੁਰੂ ਕੀਆਂ ਸਿਫਤਾਂ ਹਰ ਥਾਂ 'ਤੇ ਉਜਾਗਰ ਕਰਦਾ। ਪਰ ਜਿਨ੍ਹਾਂ ਦੇ ਮਨ ਦੇ ਵਿੱਚ ਖੋਟ ਹੈ, ਕਈ ਐਸੇ ਵੀ ਨੇ ਗੁਰੂ ਘਰ ਦੇ ਪ੍ਰਤੀ ਈਰਖਾ ਕਰਨ ਵਾਲੇ,
ਉਹਨਾਂ ਦੇ ਵਿੱਚੋਂ ਜਿੱਥੇ ਸੁਲਹੀ ਖਾਂ ਪਾਪੀ ਦਾ ਅੰਤ ਹੋਇਆ ਹੈ, ਸੁਲਭੀ ਖਾਂ ਵਰਗਿਆਂ ਦਾ ਅੰਤ ਹੁੰਦਾ ਹੈ। ਇਸ ਤੋਂ ਬਾਅਦ ਚੰਦੂ ਪਾਪੀ ਆਪਣੀ ਸਾਜ਼ਿਸ਼ ਘੜਦਿਆਂ ਹੋਇਆਂ ਬਾਬੇ ਪ੍ਰਿਥੀ ਚੰਦ ਨੂੰ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੂੰ ਮਿਲਾ ਕਰਕੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਭੜਕਾਉਣ ਦਾ ਯਤਨ ਕਰਦਾ ਹੈ। ਬਾਬਾ ਪ੍ਰਿਥੀ ਚੰਦ ਜਿਸ ਵਕਤ ਹੇਹਰ ਪਿੰਡ ਪਹੁੰਚਦੇ ਨੇ, ਉੱਥੇ ਰਾਤ ਦੇ ਸਮੇਂ ਦੇ ਵਿੱਚ ਉਹਨਾਂ ਨੇ ਸਾਗ, ਦਹੀਂ ਤੇ ਚੌਲ ਖਾਧੇ ਨੇ, ਜਿਹੜੀ ਢਿੱਡ ਦੇ ਵਿੱਚ ਖਾਣ ਕਰਕੇ ਬਦਹਜਮੀ ਹੈਜੇ ਦੀ ਬਿਮਾਰੀ ਦਾ ਕਾਰਨ ਬਣੇ। ਸੂਲ ਕਰਕੇ ਤੜਫਦਿਆਂ ਹੋਇਆਂ ਉਹਨਾਂ ਦੇ ਅਖੀਰਲੇ ਪ੍ਰਾਣ ਨਿਕਲਦੇ ਨੇ। ਰਾਤ ਦੇ ਵਕਤ ਕੋਈ ਵੈਦ ਨਹੀਂ ਮਿਲਦਾ, ਕੋਈ ਦਵਾ ਦਾ ਪ੍ਰਬੰਧ ਨਹੀਂ ਹੁੰਦਾ। ਬਾਬਾ ਪ੍ਰਿਥੀ ਚੰਦ ਦਾ ਅੰਤਮ ਸੰਸਕਾਰ ਹੇਹਰ ਪਿੰਡ ਕਵੀ ਜੀ ਦੀ ਲਿਖਤ ਅਨੁਸਾਰ ਸਵੇਰ ਵੇਲੇ ਉਹਨਾਂ ਦੇ ਸੇਵਕਾਂ ਵੱਲੋਂ ਕਰ ਦਿੱਤਾ ਜਾਂਦਾ ਹੈ। ਜਦੋਂ ਇਸ ਗੱਲ ਦੀ ਖਬਰ ਪਿੰਡ ਦੇ ਵਿੱਚ ਬੀਬੀ ਕਰਮੋ ਜੀ ਨੂੰ ਤੇ ਪੁੱਤਰ ਮਿਹਰਬਾਨ ਨੂੰ ਮਿਲਦੀ ਹੈ, ਉਹ ਬਹੁਤ ਰੋਂਦੇ ਨੇ, ਕੁਰਲਾਉਂਦੇ ਨੇ। ਇੱਧਰ ਜਿਸ ਵਕਤ ਅੰਤਮ ਸੰਸਕਾਰ ਦੀ ਮਰਿਆਦਾ ਨਿਭਾ ਕਰਕੇ, ਰੀਤਾਂ ਨਿਭਾ ਕਰਕੇ, ਜਦੋਂ ਸੇਵਕਾਂ ਦੇ ਵੱਲੋਂ ਬਾਬਾ ਪ੍ਰਿਥੀ ਚੰਦ ਦੇ ਸੇਵਕ ਜਿਹੜੇ ਨੇ ਇਹ ਗੱਲ ਕਹਿੰਦੇ ਨੇ ਕਿ ਉਹਨਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਨਾਲ ਵੈਰ ਕਮਾਉਣ ਦੀ ਗੱਲ ਕਹੀ ਹੈ, ਨਾਲ ਚੰਦੂ ਨੂੰ ਜਾ ਕੇ ਮਿਲਣ ਦੀ ਗੱਲ ਕਹੀ ਹੈ। ਜਦੋਂ ਬਾਬਾ ਮਿਹਰਬਾਨ ਚੰਦੂ ਨੂੰ ਮਿਲਣ ਦਾ ਯਤਨ ਕਰਦੇ ਹੈ ਤੇ ਬੀਬੀ ਕਰਮੋ ਨੂੰ ਇਸ ਗੱਲ ਤੋਂ ਰੋਕਦੀ ਹੈ ਕਿ ਮੇਰਾ ਪਤੀ ਸਾਰੀ ਉਮਰ ਜਿਹੜਾ ਕੰਮ ਕਰਦਾ ਰਿਹਾ, ਉਸ ਵੈਰ ਦੇ ਵਿੱਚ ਉਹਦਾ ਭਲਾ ਨਹੀਂ ਹੋਇਆ। ਇਸ ਕਰਕੇ ਮੈਂ ਆਪਣੇ ਪੁੱਤਰ ਨੂੰ ਇਸ ਢੰਗ ਦੇ ਨਾਲ ਨਹੀਂ ਜਾਣ ਦੇਣਾ ਚਾਹੁੰਦੀ, ਕਿਤੇ ਮੇਰੇ ਪੁੱਤਰ ਦਾ ਵੀ ਕੋਈ ਨੁਕਸਾਨ ਨਾ ਹੋ ਜਾਵੇ। ਉਸ ਸਮੇਂ ਆਪਣੇ ਪਤੀ ਦੀਆਂ ਕਮੀਆਂ ਦੱਸ ਕਰਕੇ ਕਿ ਉਹਦੇ ਅੰਦਰ ਹੀ ਅਸਲ ਦੇ ਵਿੱਚ ਔਗਣ ਸੀ, ਨਾਲ ਅਖੀਰ ਦੇ ਵਿੱਚ ਫਿਰ ਗੁਰੂ ਸਾਹਿਬ ਦੇ ਖਿਲਾਫ ਵੀ ਕੁਝ ਗੱਲਾਂ ਬੀਬੀ ਕਰਮੋਂ ਕਰਦੀ ਹੈ। ਇੱਧਰ ਬਾਬਾ ਮਿਹਰਬਾਨ ਆਪਣੇ ਹੀ ਪਿੰਡ ਦੇ ਵਿੱਚ ਟਿਕ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਕੁਝ ਸਮੇਂ ਵਾਸਤੇ। ਦੂਸਰੇ ਪਾਸੇ ਚੰਦੂ ਪਾਪੀ ਨੂੰ ਜਦੋਂ ਖਬਰ ਮਿਲਦੀ ਹੈ ਬਾਬੇ ਪ੍ਰਿਥੀ ਚੰਦ ਦੇ ਬਾਬਤ, ਉਹ ਮਾਨੀ ਮਨ ਵਿੱਚ ਬੜਾ ਝੂਰਦਾ ਹੈ, ਬੜਾ ਦੁਖੀ ਹੁੰਦਾ ਹੈ ਤੇ ਬੜਾ ਮਾਨੀ ਮਨ ਕਰਕੇ ਸਾਜ਼ਿਸ਼ਾਂ ਘੜਦਾ ਹੈ ਕਿ ਆਖਰਕਾਰ ਕਿਹੜਾ ਯਤਨ ਕੀਤਾ ਜਾਵੇ ਜੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਮੈਂ ਕਿਸੇ ਤਰੀਕੇ ਨਾਲ ਗ੍ਰਿਫਤਾਰ ਕਰਵਾ ਲਵਾਂ। ਉਸ ਵਕਤ ਜਿਹੜੀਆਂ ਉਹ ਮਾੜੀਆਂ ਚਾਲਾਂ ਚੱਲ ਕੇ ਗੁਰੂ ਘਰ ਦੇ ਖਿਲਾਫ ਸਾਜ਼ਿਸ਼ਾਂ ਘੜਦਾ ਹੈ ਤੇ ਕਿਵੇਂ ਸਤਿਗੁਰੂ ਪਾਤਸ਼ਾਹ ਦੇ ਦਰ ਘਰ ਦੀਆਂ ਵਡਿਆਈਆਂ ਦਾ ਇਤਿਹਾਸ ਅੱਗੇ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਕੇ ਚਰਨਾਂ ਵਿੱਚ ਟਿਕਾਈਏ। ਸਾਰੇ ਹੀ ਪਿਆਰ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਮਾ ਮਾਣ ਨਾ ਪਰਹਿ ਪਗ, ਜੇ ਬੜੇ ਕੁ ਭਾਗਾ। ਏਡਾ ਅਭਾਗਾ ਹੈ ਇਹ ਚੰਦੂ ਪਾਪੀ ਕਿ ਗੁਰੂ ਘਰ ਦੀ ਵਡਿਆਈ ਵੇਖ ਰਿਹਾ ਹੈ ਸਾਹਮਣੇ ਕਿ ਸੁਲਹੀ ਖਾਂ ਪਾਪੀ ਨੇ ਵੈਰ ਕਮਾਇਆ, ਉਹ ਨਹੀਂ ਬਚ ਸਕਿਆ। ਸੁਲਭੀ ਖਾਂ ਵੈਰ ਕਮਾਉਣ ਲੱਗਾ, ਉਹਦਾ ਵੀ ਆਪਣਾ ਕੁਝ ਨਾ ਰਿਹਾ। ਇੱਥੋਂ ਤੱਕ ਕਿ ਬਾਬੇ ਪ੍ਰਿਥੀ ਚੰਦ ਨੇ ਵੀ ਵੈਰ ਕਰਕੇ ਕੁਝ ਖੱਟਿਆ ਨਹੀਂ ਹੈ। ਜਿਨੇ ਗੁਰੂ ਘਰ ਨਾਲ ਵੈਰ ਕਰਨਾ ਚਾਹਿਆ ਹੈ, ਗੁਰੂ ਕਾ ਕੁਝ ਨਹੀਂ ਵਿਗੜਿਆ, ਪਰ ਜਿਹਦੇ ਅੰਦਰ ਵੈਰ ਭਾਵਨਾ ਸੀ ਉਸ ਵੈਰ ਕਰਕੇ ਉਹਨੇ ਆਪਣੀ ਹੀ ਜੜ ਆਪ ਪੁੱਟ ਲਈ। ਸਾਰਾ ਕੁਝ ਸਾਹਮਣੇ ਵੇਖ ਰਿਹਾ ਹੈ, ਪਰ ਐਡਾ ਕੁ ਮਾੜੇ ਭਾਗਾਂ ਵਾਲਾ ਹੈ ਇਹ ਚੰਦੂ ਪਾਪੀ। ਇਹਨੂੰ ਗੁਰੂ ਘਰ ਦੀ ਸਿਫਤ ਵਡਿਆਈ ਨਹੀਂ ਦਿਖ ਰਹੀ। ਸਭ ਕੁਝ ਜਾਣ ਕੇ ਵੀ ਗੁਰੂ ਚਰਨਾਂ ਵਿੱਚ ਝੁਕ ਕੇ ਨਤਮਸਤਕ ਨਹੀਂ ਹੋ ਰਿਹਾ, ਗੁਰੂ ਦੇ ਚਰਨਾਂ ਵੱਲ ਨਹੀਂ ਝੁਕ ਰਿਹਾ ਹੈ। ਪਾਤਸ਼ਾਹ ਕੇ ਪਾਸ ਮਹਿ ਚਾਰੀ ਅਨੁਰਾਗਾ। ਜਿੱਥੇ ਇਹਨੂੰ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਸੀ, ਉੱਥੇ ਸਮੇਂ ਦੇ ਬਾਦਸ਼ਾਹ ਦੇ ਕੋਲ ਜਾ ਕਰਕੇ ਇਹ ਦਿਨ ਰਾਤ ਚੁਗਲੀ ਕਰਨ ਲੱਗ ਪਿਆ। ਇੱਕੋ ਹੀ ਇਹਨੇ ਕੰਮ ਸ਼ੁਰੂ ਕਰ ਲਿਆ ਕਿ ਹਰ ਗੱਲ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਰਾਜ ਭਾਗ 'ਚ ਨਜ਼ਰ ਆਉਂਦੀ ਹੈ, ਉਹਦਾ ਦੋਸ਼ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਮੜ ਦਿੰਦਾ ਹੈ। ਹਰ ਵਕਤ ਚੁਗਲੀ ਤੇ ਹੀ ਇਹਨੇ ਜ਼ੋਰ ਲਾ ਕੇ ਮਨ ਨੂੰ ਇਸੇ ਦਾ ਹੀ ਪ੍ਰੇਮੀ ਹੋ ਗਿਆ ਹੋਵੇ। ਨਹਿ ਭੋਜਨ ਬਹੁ ਅਚਤ ਹੈ, ਸੋਚਤ ਚਿਤ ਮਾਹੀ। ਇਹ ਚੁਗਲੀ ਦਾ ਪ੍ਰੇਮੀ ਚੰਦੂ ਹੁਣ ਨਾ ਤੇ ਇਹਨੂੰ ਕੁਝ ਭੋਜਨ ਖਾਣ ਨੂੰ ਚੰਗਾ ਲੱਗਦਾ ਹੈ, ਨਾ ਇਹ ਪ੍ਰਸ਼ਾਦਾ ਪਾਣੀ ਛਕਦਾ ਹੈ।
ਹਰ ਵਕਤ ਸੋਚਾਂ ਦੇ ਵਿੱਚ ਪਿਆ ਹੋਇਆ ਹੈ। ਨਿਸਾਬਿਖੈ ਨਹਿ ਨੀਂਦ ਸੁਖ ਛਾਤੀ ਰਿਸਦਾਹੀ। ਰਾਤ ਦੇ ਸਮੇਂ ਹੁਣ ਇਹਨੂੰ ਨੀਂਦ ਨਹੀਂ ਆਉਂਦੀ, ਹਰ ਵਕਤ ਸੀਨੇ ਵਿੱਚ ਮਨ ਨੂੰ ਈਰਖਾ ਦੀ ਅੱਗ ਦੇ ਭਾਂਬੜੀ ਮਚੇ ਰਹਿੰਦੇ ਹਨ। ਨਿਕਟ ਨਾ ਬੋਲਣ ਦੇਤ ਹੈ ਚਿਰ ਕਹਿ ਬਹੁ ਦਾਸਾ। ਹੁਣ ਈਰਖਾਲੂ ਬੰਦਾ ਹਰ ਵਕਤ ਈਰਖਾ ਦੇ ਵਿੱਚ ਭਰਿਆ, ਜਦੋਂ ਆਪਣੀ ਈਰਖਾ ਨੂੰ ਪਗਾਉਣ ਵਿੱਚ ਕਾਮਯਾਬ ਨਾ ਹੋਵੇ ਤੇ ਖਿੱਚਦਾ ਹੈ, ਤੇ ਖਿੱਚਦਿਆਂ ਹੋਇਆਂ ਆਪਣੇ ਨਾਲ ਦਿਆਂ ਜਿਹੜੇ ਹੋਰ ਇਹਦੇ ਨੌਕਰ ਚਾਕਰ ਨੇ ਉਹਨਾਂ ਨੂੰ ਵੀ ਗੱਲ-ਗੱਲ ਤੇ ਐਵੇਂ ਹੀ ਚਿੜਚਿੜੇ ਜੇ ਸੁਭਾਅ ਕਰਕੇ ਉਹਨਾਂ ਨੂੰ ਝਿੜਕਦਾ ਰਹਿੰਦਾ ਹੈ, ਕਿਸੇ ਨੂੰ ਗੱਲਬਾਤ ਵੀ ਨਹੀਂ ਕਰਨ ਦਿੰਦਾ। ਨਹਿ ਸੁਖਾਈ ਕਿਸ ਕੋ ਕਹਿਓ ਰਹਿ ਮੌਨ ਆਵਾਸਾ। ਕੋਈ ਗੱਲ ਕਰਕੇ ਇਹਨਾਂ ਕੋਈ ਬੋਲਣਾ ਵੀ ਚਾਹੇ ਤੇ ਕਿਸੇ ਦਾ ਬੋਲ ਵੀ ਇਹਨੂੰ ਹੁਣ ਚੰਗਾ ਨਹੀਂ ਲੱਗਦਾ। ਇਹੋ ਜਿਹਾ ਚਿੜਚਿੜਾ ਜਿਹਾ ਸੁਭਾਅ, ਖਿਜਿਆ ਜਿਹਾ ਸੁਭਾਅ ਚੰਦੂ ਪਾਪੀ ਦਾ ਬਣ ਗਿਆ ਹੈ। ਚੁੱਪ ਜਿਹਾ ਰਹਿੰਦਾ ਹੈ ਆਪਣੇ ਘਰ ਦੇ ਵਿੱਚ, ਕਿਸੇ ਨਾਲ ਕੋਈ ਗੱਲਬਾਤ ਕਰਨ ਜੋਗਾ ਵੀ ਨਹੀਂ ਰਿਹਾ। ਕਿਤਵਤ ਚਿੰਤਾ ਚਿਤ ਬਿਖੈ ਬਹੁ ਜਤਨ ਬਣਾਵਾ। ਦਿਨ ਰਾਤ ਮਨ ਵਿੱਚ ਚਿੰਤਾ ਇਸੇ ਤਰੀਕੇ ਨਾਲ ਚੱਲਦੀ ਹੈ ਕਿ ਕਿਹੜਾ ਯਤਨ ਕਰਾਂ ਜੋ ਗੁਰੂ ਨਾਨਕ ਦੇ ਘਰ ਦੀ ਵਡਿਆਈ ਘਟਾਵਾਂ, ਜੋ ਗੁਰੂ ਅਰਜਨ ਸਾਹਿਬ ਜੀ ਨੂੰ ਕਿਸੇ ਤਰ੍ਹਾਂ ਗ੍ਰਿਫਤਾਰ ਕਰ ਲਵਾਂ। ਇਹ ਕਿਵੇਂ ਦਾ ਵਿਦ ਯਤਨ ਬਣ ਸਕੇ, ਇਸੇ ਤਰੀਕੇ ਦੀਆਂ ਸੋਚਾਂ ਚੰਦੂ ਪਾਪੀ ਦੇ ਮਨ ਵਿੱਚ ਚੱਲਦੀਆਂ ਹਨ। ਇੱਕ ਗਿਣਤੀ ਔਰ ਚੜਤ ਹੈ ਇੱਕ ਕਾਰੇ ਉਤਰਾਵਾ। ਇੱਕ ਵਿਚਾਰ ਮਨ ਵਿੱਚ ਆਉਂਦੀ ਹੈ, ਬਾਦਸ਼ਾਹ ਨੂੰ ਜਾ ਕੇ ਦੱਸਾਂ, ਫਿਰ ਸੋਚਦਾ ਹੈ ਬਾਦਸ਼ਾਹ ਨੇ ਮੇਰੀ ਗੱਲ ਦਾ ਯਕੀਨ ਨਹੀਂ ਕਰਨਾ। ਇੱਕ ਵਿਚਾਰ ਆਉਂਦੀ ਹੈ, ਇੱਕ ਉੱਤਰ ਜਾਂਦੀ ਹੈ। ਇਸੇ ਤਰੀਕੇ ਨਾਲ ਸੋਚਾਂ 'ਚ ਕਿਹੜੀ ਗੱਲ ਕਰਾਂ, ਕਿਉਂਕਿ ਬਾਦਸ਼ਾਹ ਤੇ ਮੇਰੀ ਗੱਲ ਦਾ ਯਕੀਨ ਵੀ ਨਹੀਂ ਕਰਦਾ ਹੈ। ਸ਼ਾਹ ਸੁਨੈ ਸਭ ਬਾਤ ਕੋ ਨਿਸ਼ਚੈ ਨਾ ਕਰੰਤਾ। ਕਿ ਮੈਂ ਕਿੰਨੀ ਵਾਰ ਦੱਸ ਚੁੱਕਿਆ, ਬਾਰ-ਬਾਰ ਗੁਰੂ ਘਰ ਦੇ ਖਿਲਾਫ ਬੋਲ ਚੁੱਕਿਆ, ਪਰ ਬਾਦਸ਼ਾਹ ਮੇਰੀ ਗੱਲ ਸੁਣ ਕੇ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਹੈ। ਉਹਨੂੰ ਮੇਰੀ ਗੱਲ ਤੇ ਹੁਣ ਯਕੀਨ ਵੀ ਨਹੀਂ ਰਿਹਾ ਹੈ। ਦੇਵ ਦਾਇਬ ਰਾਖ ਕਰ ਸੰਸੈ ਉਪਜੰਤਾ। ਮਨ ਹੀ ਮਨ ਵਿੱਚ ਬਾਦਸ਼ਾਹ ਦਾ ਆਪਣੇ ਵੱਲੋਂ ਸਤਿਕਾਰ ਰੱਖਦਾ ਹੈ ਤੇ ਬਾਰ-ਬਾਰ ਸ਼ੱਕ ਜਿਹੜੇ ਹਨ ਇਹ ਗੁਰੂ ਘਰ ਦੇ ਪ੍ਰਤੀ ਪੈਦਾ ਕਰਨ ਵਾਸਤੇ ਇਹ ਕੋਈ ਨਾ ਕੋਈ ਯਤਨ ਕਰਦਾ ਰਹਿੰਦਾ ਹੈ। ਹੁਕਮ ਨਹੀਂ ਕੁਛ ਦੇਤ ਹੈ ਗਹਿ ਲਿਹੋ ਕੇ ਹਕਾਰੂ। ਕਿਉਂਕਿ ਇਹਨੂੰ ਇਹ ਡਰ ਹੈ ਕਿ ਬਾਦਸ਼ਾਹ ਗੁਰੂ ਘਰ ਦਾ ਸਤਿਕਾਰ ਮਨ ਵਿੱਚ ਰੱਖਦਾ ਤੇ ਸੰਸਾ ਜਿਹਾ ਬਣਾ ਦਿੰਦਾ ਹੈ, ਭਾਵ ਉਹਦੀ ਗੱਲ ਮੰਨਦਾ ਨਹੀਂ ਚੰਦੂ ਪਾਪੀ ਦੀ। ਇਸ ਕਰਕੇ ਉਹ ਬਾਰ-ਬਾਰ ਸੋਚਦਾ ਹੈ ਕਿ ਬਾਦਸ਼ਾਹ ਗੁਰੂ ਘਰ ਦੇ ਸਤਿਕਾਰ ਦੇ ਵਿੱਚ ਮੇਰੀ ਗੱਲ ਤੇ ਸ਼ੰਕਾ ਬਣਾ ਕੇ ਰੱਖਦਾ ਹੈ, ਪਰ ਗੁਰੂ ਸਾਹਿਬ ਵਾਸਤੇ ਕੋਈ ਹੁਕਮ ਨਹੀਂ ਦਿੰਦਾ ਕਿ ਉਹਨਾਂ ਨੂੰ ਫੜ ਕੇ ਲੈ ਆਓ, ਉਹ ਇਸ ਤਰੀਕੇ ਨਾਲ ਗ੍ਰਿਫਤਾਰ ਕਰ ਲਓ। ਇਹੋ ਜਿਹਾ ਕੋਈ ਹੁਕਮ ਇਹ ਬਾਦਸ਼ਾਹ ਕਿਉਂ ਨਹੀਂ ਦਿੰਦਾ ਹੈ? ਕਈ ਬੇਰ ਕਿੰਨੇ ਯਤਨ ਇਤ ਉਤ ਹੋਇ ਟਾਰੋ। ਚੰਦੂ ਪਾਪੀ ਬਾਰ-ਬਾਰ ਸੋਚਾਂ 'ਚ ਹੈ, ਕਿੰਨੇ ਮੈਂ ਯਤਨ ਕਰ ਗਿਆ ਹਾਂ, ਕਿਤਨੇ ਵਾਰ ਮੈਂ ਬਾਦਸ਼ਾਹ ਨੂੰ ਆਖਿਆ ਹੈ, ਪਰ ਉਹ ਇੱਧਰ ਉੱਧਰ ਕਰਕੇ ਗੱਲ ਮੇਰੀ ਟਾਲ ਦਿੰਦਾ ਹੈ। ਉਹ ਗੁਰੂ ਘਰ ਦੇ ਪ੍ਰਤੀ ਕੋਈ ਫੌਜ ਨਹੀਂ ਭੇਜਦਾ, ਗੁਰੂ ਸਾਹਿਬ ਨੂੰ ਗ੍ਰਿਫਤਾਰ ਨਹੀਂ ਕਰਦਾ ਹੈ। ਇਤਿਆਦਿਕ ਪਾਪਾਤਮਾ ਗਿਣਤੀ ਉਰ ਲਿਆਵੈ। ਇਸੇ ਤਰੀਕੇ ਦੇ ਨਾਲ ਇਹ ਪਾਪ ਆਤਮਾ ਚੰਦੂ ਪਾਪੀ, ਜਿਹਦੇ ਅੰਦਰ ਪਾਪ ਹੀ ਪਾਪ ਪਸਰਿਆ ਹੋਇਆ ਹੈ, ਮਾੜੀ ਸੋਚ, ਮਾੜੇ ਖਿਆਲ, ਮਾੜੇ ਵਿਚਾਰ ਚੱਲਦੇ ਰਹਿੰਦੇ ਨੇ। ਇਸ ਤਰੀਕੇ ਦੀ ਮਾੜੀ ਸੋਚ ਹੀ ਹਰ ਵਕਤ ਉਹਦੇ ਅੰਦਰ ਚੱਲਦੀ ਹੈ। ਸਵਾਸ ਸਾਰ ਬਸੂਰਤੋ ਕਵਹੁ ਨਾ ਬਿਸਰਾਵੈ। ਹਰ ਵਕਤ ਠੰਡੇ ਜੇ ਹੌਕੇ ਭਰ ਕੇ ਅੰਦਰ ਹੀ ਅੰਦਰ ਬੜਾ ਦੁਖੀ ਹੁੰਦਾ ਹੈ, ਪਰ ਗੁਰੂ ਸਾਹਿਬ ਦੇ ਪ੍ਰਤੀ ਇਹਦੇ ਮਨ ਵਿੱਚ ਈਰਖਾ ਭਰੀ ਹੋਈ ਹੈ ਇਸ ਪਾਪੀ ਅੰਦਰ। ਖਰ ਸਰ ਸਮਸਰ ਕਰਕ ਔਰ ਗੜ ਲਿਓ ਸੋ ਗਾਡੂ। ਜਿਵੇਂ ਕਿਸੇ ਨੇ ਤਿੱਖਾ ਤੀਰ ਲਿਆ ਕੇ ਇਹਦੇ ਸੀਨੇ ਤੇ ਮਾਰਿਆ ਹੋਵੇ ਨਾ, ਇਦਾਂ ਕਰਕੇ ਤਿੱਖੇ ਤੀਰ ਦੇ ਵੱਜਣ ਕਰਕੇ ਜਿਵੇਂ ਪੀੜ ਹੁੰਦੀ ਹੈ, ਬੜੀ ਤਕਲੀਫ, ਇਦਾਂ ਵੈਰ ਦਾ ਤੀਰ ਇਹਦੇ ਅੰਦਰ ਮੰਨ ਲਓ ਵੱਜਾ ਹੋਇਆ ਹੈ। ਚਿੰਤਾ ਸੜਤਾ ਮਹਿ ਬਹੁਤ ਦੁਖ ਜਲ ਬਹੁ ਬਾਡੂ। ਜਿਵੇਂ ਕਿਸੇ ਨੂੰ ਨਦੀ ਦੇ ਵਿੱਚ ਰੁੜਦਿਆਂ ਜਾਂਦਿਆਂ ਡੂੰਘੇ ਪਾਣੀ ਦੇ ਵਿੱਚ ਬਚਣ ਦਾ ਆਸਰਾ ਨਹੀਂ। ਕਹਿੰਦੇ ਇਹ ਚਿੰਤਾ ਦੀ ਨਦੀ ਦੇ ਵਿੱਚ ਰੁੜ ਰਿਹਾ, ਜਿਹਦੇ ਵਿੱਚ ਦੁੱਖਾਂ ਦਾ ਪਾਣੀ ਬਹੁਤ ਵਧਿਆ ਹੋਇਆ ਹੈ, ਤੇ ਇਹ ਉਹਦੇ ਵਿੱਚ ਦੁੱਖਾਂ ਦੀ ਨਦੀ, ਚਿੰਤਾ ਦੀ ਨਦੀ ਵਿੱਚ ਦੁੱਖ ਦੇ ਪਾਣੀ ਦੇ ਵਿੱਚ ਡੁੱਬ ਰਿਹਾ ਤੇ ਰੁੜਦਾ ਹੀ ਜਾ ਰਿਹਾ ਹੈ। ਇੱਕ ਦਿਨ ਗਮਨਿਓ ਸ਼ਾਹ ਢਿੱਗ ਬਹੁ ਬਾਤ ਸੁਣਾਈ। ਆਖਰਕਾਰ ਇੱਕ ਦਿਨ ਇਹਨੂੰ ਮੌਕਾ ਮਿਲਿਆ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕਰਕੇ, ਇਹ ਆਪਣੇ ਵੱਲੋਂ ਬੜੇ ਮੌਕੇ ਦੀ ਭਾਲ ਕਰਕੇ ਉਹਦੇ ਨਾਲ ਗੱਲਬਾਤ ਕਰਦਿਆਂ ਇਵੇਂ ਆਖਦਾ ਹੈ। ਪ੍ਰਥਮ ਭਏ ਪਦਸ਼ਾਹ ਜੀ ਤਿਨ ਕੀ ਵਡਿਆਈ। ਕਿ ਪਹਿਲਾਂ ਜਿਹੜੇ ਬਾਦਸ਼ਾਹ ਹੋਏ ਨੇ, ਜਿਹੜੇ ਮੁਗਲਾਂ ਦੇ, ਜਿੱਥੇ ਇਸ
ਭਾਰਤ ਦੀ ਧਰਤੀ ਤੇ ਆ ਕੇ, ਹਿੰਦੁਸਤਾਨ ਦੀ ਧਰਤੀ ਤੇ ਆ ਕੇ ਰਾਜ ਭਾਗ ਕਾਇਮ ਕੀਤਾ ਸੀ, ਜਿਨ੍ਹਾਂ ਵਿੱਚੋਂ ਬਾਬਰ ਤੋਂ ਬਾਅਦ ਹਮਾਯੂੰ ਤੋਂ ਬਾਅਦ ਅਕਬਰ। ਇਸੇ ਤਰ੍ਹਾਂ ਹੁਣ ਜਹਾਂਗੀਰ ਦਾ ਰਾਜ ਭਾਗ ਸੀ। ਉਹ ਬਾਬਰ, ਹਮਾਯੂੰ ਤੇ ਅਕਬਰ ਜਿਹੜੇ ਪਹਿਲਾਂ ਬਾਦਸ਼ਾਹ ਹੋਏ ਨੇ, ਉਹਨਾਂ ਦੇ ਬਾਰੇ ਵਿੱਚ ਵਡਿਆਈ ਕਰਦਿਆਂ ਹੋਇਆਂ ਬੜੀਆਂ ਉਹਨਾਂ ਦੀਆਂ ਸਿਫਤਾਂ ਕਰ ਕਰਕੇ ਦੱਸਦਾ ਹੈ ਇਹ ਪਾਪੀ। ਇਸ ਦਿਨ ਜਾਣਿਓ ਰੁਖ ਅਧਿਕ ਬੋਲਿਓ ਕਰ ਜੋਰੇ। ਜਦੋਂ ਵੇਖਿਆ ਹੈ ਕਿ ਮੁਗਲਾਂ ਦੀ ਸਿਫਤ ਕਰ ਕਰਕੇ, ਬਾਦਸ਼ਾਹ ਤੇ ਪਹਿਲੇ ਹੁਕਮਰਾਨਾਂ ਦੀ ਸਿਫਤ ਕਰ ਕਰਕੇ ਜਹਾਂਗੀਰ ਬਾਦਸ਼ਾਹ ਇਹਦੇ ਵੱਲ ਧਿਆਨ ਦੇ ਕੇ ਇਹਦੀ ਗੱਲ ਸੁਣਨ ਲੱਗ ਪਿਆ। ਇਸ ਤਰ੍ਹਾਂ ਚਾਪਲੂਸੀ ਕਰਕੇ, ਖੁਸ਼ਾਮਦ ਕਰਕੇ, ਝੂਠੀ ਉਸਤਤ ਕਰ ਕਰਕੇ ਇਹਨੇ ਬਾਦਸ਼ਾਹ ਤੇ ਆਪਣਾ ਪ੍ਰਭਾਵ ਪਾਇਆ। ਜਦੋਂ ਵੇਖਿਆ ਹੁਣ ਬਾਦਸ਼ਾਹ ਦਾ ਧਿਆਨ ਇਹਦੇ ਵੱਲ ਹੋਇਆ ਹੈ, ਤੇ ਉਸ ਵਕਤ ਹੱਥ ਜੋੜ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ। ਹਜ਼ਰਤ ਜੀ ਪ੍ਰਿਥਿਆ ਗੁਰੂ ਤਨ ਪ੍ਰਾਣ ਬਿਸ਼ੋਰੇ। ਹਜ਼ਰਤ ਜੀ ਇਹ ਬਾਦਸ਼ਾਹ ਵਾਸਤੇ ਸ਼ਬਦ ਵਰਤਿਆ ਹੈ ਕਿ ਜਿਹੜਾ ਪ੍ਰਿਥੀ ਚੰਦ ਜੀ ਨੂੰ, ਇਹ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਸ਼ਬਦ ਕਰਕੇ ਸੰਬੋਧਨ ਕਰਦਾ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਦੀ ਥਾਂ ਬਾਬੇ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕੀਤਾ ਹੋਇਆ ਸੀਗਾ। ਤੇ ਇਸੇ ਤਰ੍ਹਾਂ ਇਹ ਚੰਦੂ ਪਾਪੀ ਜਹਾਂਗੀਰ ਦੇ ਸਾਹਮਣੇ ਉਹਨਾਂ ਨੂੰ ਗੁਰੂ ਸ਼ਬਦ ਵਰਤ ਕੇ ਇਹ ਸੰਬੋਧਨ ਕਰਦਾ ਹੈ ਕਿ ਉਹਨਾਂ ਨੇ ਪ੍ਰਾਣ ਆਪਣੇ ਛੱਡ ਦਿੱਤੇ ਹਨ, ਭਾਵ ਉਹ ਚਲਾਣਾ ਕਰ ਗਏ ਹਨ। ਗਾਦੀ ਸ਼੍ਰੀ ਨਾਨਕ ਹੁਤੇ ਸ਼ੁਭ ਰੀਤ ਚਲਾਈ। ਕਿ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਗੁਰਗੱਦੀ ਦੀ ਜਿਹੜੀ ਰੀਤ ਸੀ ਉਹਨਾਂ ਵੱਲੋਂ ਚਲਾਈ ਸੀ, ਭਾਵ ਜਿੱਥੇ ਗੁਰੂ ਅਰਜਨ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ, ਇਸ ਪਾਪੀ ਦੇ ਵੱਲੋਂ ਇਹ ਬੋਲ ਜਿਹੜੇ ਨੇ ਬਾਬੇ ਪ੍ਰਿਥੀ ਚੰਦ ਦੇ ਨੂੰ ਸੰਬੋਧਨ ਕਰਕੇ ਕਹੇ ਜਾਂਦੇ ਹਨ। ਮਤੋ ਸੰਤ ਚਿਤ ਸ਼ਾਂਤ ਜੋਤ ਆਤਮਤ ਚਤੁਰਾਈ। ਬਾਬੇ ਪ੍ਰਿਥੀ ਚੰਦ ਦੀਆਂ ਇਦਾਂ ਸਿਫਤਾਂ ਕਰਦਾ ਹੈ ਕਿ ਉਹ ਤੇ ਬੜੇ ਸੰਤ ਸਰੂਪ ਸੀ, ਉਹਨਾਂ ਦੀ ਮਤ ਸੰਤਾਂ ਵਰਗੀ ਸੀ, ਚਿੱਤ ਦੇ ਵਿੱਚ ਸਦਾ ਸ਼ਾਂਤੀ ਦਾ ਸੁਭਾਅ ਬਣਿਆ ਰਹਿੰਦਾ ਸੀ, ਬੜੇ ਸਿਆਣੇ ਬੜੇ ਅਕਲਮੰਦ ਸਨ। ਬਾਬਾ ਪ੍ਰਿਥੀ ਚੰਦ ਨੂੰ ਗੁਰੂ ਸ਼ਬਦ ਵਰਤ ਕੇ ਇਹ ਚੰਦੂ ਪਾਪੀ ਆਖਦਾ ਹੈ। ਸਿੱਖੀ ਦੇਸ਼ ਅਨੇਕ ਕੀ ਪਗ ਪੂਜਣ ਆਵੈ। ਤੇ ਬਾਬੇ ਪ੍ਰਿਥੀ ਚੰਦ ਦੀਆਂ ਹੀ ਸਿਫਤਾਂ ਕਰੀ ਜਾਂਦਾ ਹੈ ਕਿ ਉਹਨਾਂ ਦੀ ਸਿੱਖੀ ਦੇਸ਼ਾਂ ਵਿਦੇਸ਼ਾਂ ਵਿੱਚ ਹੈ, ਲੋਕ ਉਹਨਾਂ ਦੀ ਆ ਕੇ ਪੂਜਾ ਕਰਦੇ ਹਨ। ਅਨਕਿਆ ਕੋਰ ਨਿਆਨ ਕੈ ਧਨ ਕੋ ਅਰ ਪਾਵੈ। ਲੋਕ ਲਿਆ ਕੇ ਭੇਟਾਵਾਂ ਭੇਟ ਕਰਦੇ ਹਨ, ਧਨ ਉਹਨਾਂ ਨੂੰ ਭੇਟ ਕਰਦੇ ਹਨ। ਬੜੀ ਸਿਫਤ ਇਹ ਚੰਦੂ ਪਾਪੀ ਕਰ ਰਿਹਾ ਹੈ ਬਾਦਸ਼ਾਹ ਜਹਾਂਗੀਰ ਦੇ ਕੋਲ ਬਾਬੇ ਪ੍ਰਿਥੀ ਚੰਦ ਨੂੰ ਗੁਰੂ ਰੂਪ ਬਣਾ ਕੇ ਪੇਸ਼, ਇਸ ਤਰ੍ਹਾਂ ਕਰਕੇ ਸਿਫਤਾਂ ਕਰੀ ਜਾਂਦਾ ਹੈ। ਹਣ ਜੋ ਨਾਮ ਅਰਜਨ ਹੈ ਮਨ ਮਹਿਦ ਹੰਕਾਰੀ। ਜਿੱਥੇ ਬਾਬੇ ਪ੍ਰਿਥੀ ਚੰਦ ਨੂੰ ਤੇ ਪੰਜਵੇਂ ਰੂਪ ਦੇ ਵਿੱਚ ਪਾਤਸ਼ਾਹ ਬਣਾ ਕੇ ਪੇਸ਼ ਕਰ ਰਿਹਾ, ਉੱਥੇ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਈਰਖਾ ਦਾ ਭਰਿਆ ਹੋਇਆ ਝੂਠੇ ਬੋਲ ਕਰਕੇ ਕੰਨ ਭਰ ਰਿਹਾ ਹੈ ਬਾਦਸ਼ਾਹ ਜਹਾਂਗੀਰ ਦੇ, ਕਿ ਉਹਨਾਂ ਦਾ ਛੋਟਾ ਭਰਾ ਜਿਹੜਾ ਹੈ ਉਹ ਮਨ ਵਿੱਚ ਬੜਾ ਹੰਕਾਰੀ ਹੈ, ਬੜਾ ਹੰਕਾਰ ਉਹਨੇ ਧਾਰਨ ਕੀਤਾ ਹੈ। ਆਖ ਤਰੇ ਆਨੈ ਨਹੀਂ ਗੁਣ ਏਕ ਨ ਧਾਰੇ। ਕਿਉਂਕਿ ਝੂਠ ਬੋਲਣ ਵਾਲੇ ਨੇ ਆਪਣੇ ਹੀ ਔਗਣ ਦੂਜੇ ਵਿੱਚ ਪੇਸ਼ ਕਰਕੇ ਬਿਆਨ ਕਰਨੇ ਹੁੰਦੇ ਨੇ। ਚੋਰ ਨੂੰ ਚੋਰ ਸਾਰੇ ਨਜ਼ਰ ਆਉਂਦੇ ਨੇ, ਠੱਗ ਨੂੰ ਠੱਗ ਨਜ਼ਰ ਆਉਂਦੇ। ਗੁਰੂ ਨਾਨਕ ਦੇ ਘਰ ਦੀਆਂ ਹੀ ਇੱਕ ਸਿਫਤਾਂ ਨੇ ਸਾਧ ਸੰਗਤ, ਗੁਰੂ ਸਾਹਿਬ ਨੇ ਕਿਸੇ ਨੂੰ ਕਿਸੇ ਦੀ ਵੀ ਔਗਣ ਦੀ ਗੱਲ ਕਰਦਿਆਂ ਉਹ ਔਗਣ ਆਪਣੇ ਤੇ ਟੁਕਾ ਕੇ ਬਿਆਨ ਕੀਤੇ। ਜਿਵੇਂ ਗੁਰੂ ਨਾਨਕ ਸਾਹਿਬ ਦੇ ਬਾਰੇ ਵਿੱਚ ਆਪਾਂ ਸਾਰੇ ਰੋਜ਼ ਹੀ ਨਿਤਨੇਮ ਕਰਦੇ ਹਾਂ, ਸੋਧਰ ਦੇ ਪਾਠ, ਰਹਿਰਾਸ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਹਾਂ, ਗੁਰੂ ਸਾਹਿਬ ਆਪਣੇ ਬਾਰੇ ਹੀ ਕਹਿੰਦੇ, ਨਾ ਹਉ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾ ਹੀ ਵਿਸਰਿਆ। ਤੇ ਪੰਜਵੇਂ ਪਾਤਸ਼ਾਹ ਆਪਣੇ ਬਾਰੇ ਕਹਿੰਦੇ ਨੇ, ਜਪ ਤਪ ਕਿਤੇ ਮਾਣ ਦੀ ਗੱਲ ਨਹੀਂ ਉਹਨਾਂ ਦੀ ਬਾਣੀ ਚੋਂ ਕਿਤੇ ਪੜ੍ਹਨ ਸੁਣਨ ਨੂੰ ਨਜ਼ਰ ਆਏਗੀ, ਕਿਤੇ ਹੰਕਾਰ ਦੀ ਗੱਲ ਨਜ਼ਰ ਨਹੀਂ ਆਏਗੀ। ਨਿਮਰਤਾ ਦੇ ਹੀ ਭਰੇ ਹੋਏ, ਨਿਮਰਤਾ ਦੇ ਰੂਪ ਵਿੱਚ ਬਚਨ ਉਹਨਾਂ ਦੇ ਮੁਖ ਚੋਂ ਉਚਾਰੇ ਜਾਂਦੇ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖੋ ਸਰਮਾ। ਇਹ ਮਨ ਦੀ ਅਵਸਥਾ ਵੇਖੋ, ਨਿਮਰਤਾ ਹੈ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ। ਜਿਹੜੇ ਬਾਣੀ ਪੜ੍ਹਨ ਵਾਲੇ ਨੇ, ਸੁਣਨ ਵਾਲੇ ਨੇ, ਉਹਨਾਂ ਨੂੰ ਪਤਾ ਹੈ ਕਿ ਹਰ ਵਕਤ ਨਿਮਰਤਾ ਵਿੱਚ ਰਹਿਣ ਵਾਲੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਤੇ ਇਹ ਪਾਪੀ ਦੁਸ਼ਟ ਚੰਦੂ ਉਹਨਾਂ ਨੂੰ ਹੰਕਾਰੀ ਕਹਿ ਕੇ ਸੰਬੋਧਨ ਕਰਦਾ ਹੈ। ਆਇਓ ਨਿਕਟ ਨਾ ਆਪ ਕੇ ਨਿਜ ਲਗੈ ਵਿਸਾਲਾ। ਕਹਿਣ ਲੱਗੇ ਉਹ ਤੇ ਕਿਸੇ ਨੂੰ ਆਪਣੀ ਅੱਖ ਥੱਲੇ ਵੀ ਨਹੀਂ ਵੇਖਦੇ ਹਨ। ਇਹ ਕਿਸੇ ਦਾ ਕਿ ਕੋਈ ਨੇੜੇ ਵੀ ਆ ਜਾਏ, ਕੋਈ ਉਹਨਾਂ ਨੂੰ ਕੋਈ ਕਿਸੇ ਦਾ ਧਿਆਨ ਨਹੀਂ ਧਰਦੇ ਹਨ।
ਭਾਵ ਉਹ ਆਪਣੇ ਹੀ ਆਪ ਦੇ ਵਿੱਚ ਆਪਣੇ ਹੰਕਾਰ ਵਿੱਚ ਰਹਿੰਦੇ ਆ। ਇਸ ਤਰੀਕੇ ਦੇ ਨਾਲ ਗੁਰੂ ਅਰਜਨ ਸਾਹਿਬ ਦੇ ਪ੍ਰਤੀ ਕੰਨ ਭਰਦਾ ਹੈ। ਪ੍ਰਥਿਆ ਆਇਓ ਕਈ ਬੇਰ ਇਹ ਸ਼ੀਲ ਰਸਾਲਾ। ਕਿ ਪ੍ਰਥਿਆ ਤੇ ਤੁਹਾਡੇ ਕੋਲ ਕਈ ਵਾਰ ਆਇਆ ਹੈ, ਪਰ ਗੁਰੂ ਅਰਜਨ ਸਾਹਿਬ ਬਾਰੇ ਕਹਿੰਦਾ ਹੈ ਕਿ ਉਹ ਤੇ ਤੁਹਾਡੇ ਕੋਲ ਇੱਕ ਵਾਰ ਵੀ ਮਿਲਣ ਵਾਸਤੇ ਨਹੀਂ ਆਏ, ਕਿਉਂਕਿ ਗੁਰੂ ਸਾਹਿਬ ਨੂੰ ਸੱਚਮੁੱਚ ਹੀ ਕਿਸੇ ਦੁਨਿਆਵੀ ਰਾਜੇ ਬਾਦਸ਼ਾਹ ਦੀ ਪਰਵਾਹ ਨਹੀਂ ਸੀਗੀ। ਉਹ ਤੇ ਇੱਕ ਨਿਰੰਕਾਰ ਦੇ ਨਾਲ ਜੁੜ ਕੇ ਸਾਨੂੰ ਉਸ ਨਿਰੰਕਾਰ ਨਾਲ ਜੋੜਨ ਵਾਸਤੇ ਆਏ। ਦੁਨਿਆਵੀ ਕਿਸੇ ਪਦਵੀ ਪਾਤਸ਼ਾਹ ਕਿਸੇ ਵਡਿਆਈ ਦੀ ਉਹਨਾਂ ਨੂੰ ਚਾਹਨਾ ਨਹੀਂ ਸੀ। ਤੇ ਚੰਦੂ ਪਾਪੀ ਕਹਿੰਦਾ ਵੇਖੋ ਇੱਕ ਵਾਰ ਵੀ ਤੁਹਾਡੇ ਕੋਲ ਉਹ ਨਹੀਂ ਆਏ ਨੇ, ਕਦੀ ਤੁਸੀਂ ਉਹਨਾਂ ਨਾਲ ਮਿਲੇ ਨਹੀਂ ਹੋ। ਤੇ ਦੂਜੇ ਪਾਸੇ ਪ੍ਰਿਥੀ ਚੰਦ ਕਿੰਨਾ ਨਿਮਰਤਾ ਵਾਲਾ ਹੈ, ਉਹ ਬਾਰ-ਬਾਰ ਤੁਹਾਨੂੰ ਆ ਕੇ ਕਈ ਵਾਰ ਮਿਲ ਗਿਆ ਹੈ। ਜਿਸ ਕੋ ਸੁਤ ਇੱਕ ਮੈਂ ਸੁਣਿਓ ਪਾਸ਼ੇ ਥਿਰ ਗਾਦੀ। ਤੇ ਮੈਂ ਸੁਣਿਆ ਹੈ ਕਿ ਉਹਨਾਂ ਦਾ ਇੱਕ ਪੁੱਤਰ ਹੈ ਜਿਹੜਾ ਮਿਹਰਬਾਨ, ਉਹ ਮਗਰੋਂ ਬਾਬੇ ਪ੍ਰਿਥੀ ਚੰਦ ਤੋਂ ਬਾਅਦ ਉਹ ਗੁਰਗੱਦੀ ਤੇ ਬੈਠਾ ਹੈ। ਇਸ ਤਰ੍ਹਾਂ ਬਾਬੇ ਮਿਹਰਬਾਨ ਨੇ ਵੀ ਆਪਣੇ ਆਪ ਨੂੰ 6ਵੇਂ ਗੁਰੂ ਹੋਣ ਦਾ ਜਿਹੜਾ ਦਾਅਵਾ ਸੀ ਉਹ ਜਗਤ ਵਿੱਚ ਪ੍ਰਗਟ ਕੀਤਾ ਸੀ। ਤੇ ਉਹ ਇਸ ਰੂਪ ਦੇ ਵਿੱਚ ਇੱਕ ਵੱਖਰਾ ਗੁਰੂਡਮ ਜਿਹੜਾ ਸੀ ਉਹਨਾਂ ਵੱਲੋਂ ਵੀ ਚਲਾਉਣ ਦਾ ਯਤਨ ਕੀਤਾ ਗਿਆ। ਪਰ ਸੁਚੇਤ ਸੰਗਤਾਂ ਨੂੰ ਇਸ ਘਰ ਦੀ ਵਡਿਆਈ ਪਤਾ ਸੀ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਬੈਠਣਾ ਸੀ, ਪਰ ਇੱਧਰ ਇਹ ਕੰਨ ਭਰ ਰਿਹਾ ਹੈ ਕਿ ਹੁਣ ਗੁਰਗੱਦੀ ਤੇ ਉਹਨਾਂ ਦਾ ਪੁੱਤਰ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਬੈਠ ਗਿਆ ਹੈ। ਕਰੇ ਪ੍ਰਤੀਖਣ ਆਪ ਤੇ ਬੈਠਣ ਹਿਤ ਸ਼ਾਦੀ। ਤੇ ਹੁਣ ਜਿਹੜੀ ਉਹ ਗੁਰਗੱਦੀ ਦੀ ਰਸਮ ਕਰਨੀ ਹੈ, ਗੁਰੂ ਨਾਨਕ ਦਾ ਘਰ ਹੋਵੇ ਤੇ ਇੱਥੇ ਸਿੱਖਾਂ ਨੂੰ ਮਾਣ ਦਿੱਤਾ ਜਾਂਦਾ ਰਿਹਾ। ਬਾਬੇ ਬੁੱਢੇ ਵਰਗੇ ਮਹਾਨ ਗੁਰਸਿੱਖਾਂ ਨੂੰ ਸਤਿਗੁਰ ਪਾਤਸ਼ਾਹ ਮਾਣ ਬਖਸ਼ਦੇ ਰਹੇ ਹੈ, ਪਰ ਇੱਥੇ ਦੁਨਿਆਵੀ ਤੌਰ ਤੇ ਜਿਹੜਾ ਗੁਰੂ ਹੋਣ ਦਾ ਦਾਅਵਾ ਕਰ ਰਿਹਾ ਹੈ ਉਹਦੇ ਬਾਰੇ ਚੰਦੂ ਕਹਿ ਰਿਹਾ ਕਿ ਮਿਹਰਬਾਨ ਹੁਣ ਗੁਰੂ ਬਣ ਕੇ ਬੈਠਾ ਹੈ ਤੇ ਉਹ ਤੁਹਾਡੀ ਉਡੀਕ ਕਰ ਰਿਹਾ ਹੈ ਕਿ ਤਾਂ ਕਿ ਗੁਰਗੱਦੀ ਦੀ ਜਿਹੜੀ ਰਸਮ ਦੀ ਖੁਸ਼ੀ ਮਨਾਈ ਜਾ ਸਕੇ। ਸ੍ਰੀ ਪਾਉ ਹਜ਼ਰਤ ਕਰੈ ਸਿਰ ਭਾਗ ਬੰਧਾਵੈ। ਤੇ ਬਾਦਸ਼ਾਹ ਸਲਾਮਤ ਤੁਹਾਨੂੰ ਉਹ ਸਰੋਪਾਵਾ ਦੇ ਕੇ ਮਾਣ ਕਰੇ ਤੇ ਆਪਣੇ ਸਿਰ ਤੇ ਉਹ ਪੱਗ ਬਣਵਾਵੇ ਤੁਹਾਡੇ ਵੱਲੋਂ, ਇਸ ਕਰਕੇ ਤੁਹਾਡੀ ਉਡੀਕ ਵਿੱਚ ਹੈ। ਜਗਤ ਜਠਾਈ ਬਿਦਤ ਹੋਏ ਮਨਤਾ ਬਹੁ ਪਾਵੈ। ਇਸ ਤਰੀਕੇ ਨਾਲ ਸਰਕਾਰੀ ਤੌਰ ਤੇ ਬੜੀਆਂ ਗੱਦੀਆਂ ਅੱਜ ਵੀ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਪ੍ਰਾਪਤ ਹੈ। ਅੱਜ ਵੀ ਉਹ ਗੁਰਗੱਦੀਆਂ ਬਣਾ ਕਰਕੇ ਗੁਰੂਡਮ ਵੱਖਰੇ ਵੱਖਰੇ ਤੌਰ ਤੇ ਚਲਾ ਰਹੇ ਨੇ ਤੇ ਪੂਰੀ ਤਰ੍ਹਾਂ ਉਹਨਾਂ ਦੇ ਕੁਫਰ ਉਹਨਾਂ ਦੇ ਪਖੰਡ ਵਿੱਚ ਸਰਕਾਰਾਂ ਵੀ ਉਹਨਾਂ ਨੂੰ ਪ੍ਰਮੋਟ ਕਰਕੇ ਸ਼ਹਿ ਦਿੰਦੀਆਂ। ਉਦੋਂ ਵੀ ਜਹਾਂਗੀਰ ਦੇ ਰਾਹੀਂ ਚੰਦੂ ਵਰਗੇ ਇਹੋ ਜਿਹੇ ਰਲ ਕੇ ਬਾਬੇ ਪ੍ਰਿਥੀ ਚੰਦ ਨੂੰ ਇਹ ਵੱਖਰੇ ਗੁਰੂਡਮ ਦੇ ਰੂਪ ਦੇ ਵਿੱਚ ਪ੍ਰਮੋਟ ਕਰ ਰਹੇ ਸਨ। ਤੇ ਕਹਿੰਦੇ ਹੁਣ ਉਹ ਗੱਦੀ ਤੇ ਬੈਠਣਾ ਹੈ ਬਾਬੇ ਮਿਹਰਬਾਨ ਨੇ, ਤੇ ਇਸ ਕਰਕੇ ਜਗਤ ਦੇ ਵਿੱਚ ਉਹਨਾਂ ਦੀ ਵਡਿਆਈ ਪ੍ਰਗਟ ਹੋ ਸਕੇ, ਲੋਕ ਮੰਨਤਾ ਕਰਨ। ਤੇ ਬਾਦਸ਼ਾਹ ਜੀ ਤੁਹਾਡੇ ਵੱਲੋਂ ਹੁਣ ਇੱਕ ਜਿਹੜੀ ਪੱਗ ਦੀ ਰਸਮ ਤੁਸੀਂ ਜਾ ਕਰਕੇ ਦੇਣੀ ਕਰੋ। ਸੁਣ ਦੀਵਾਨ ਤੇ ਸ਼ਾਹੋ ਤਬ ਕਰ ਹੁਕਮ ਦਿਵਾਇਓ। ਇਸ ਤਰ੍ਹਾਂ ਚੰਦੂ ਵੱਲੋਂ ਬਾਰ-ਬਾਰ ਗੱਲਾਂ ਕਰਨ ਤੇ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਭਾਈ ਇਸ ਤਰ੍ਹਾਂ ਕਰੋ ਕਿ ਤੁਸੀਂ ਹੀ ਮੇਰੇ ਵੱਲੋਂ ਇਹ ਰਸਮ ਜਿਹੜੀ ਹੈ ਕਰਕੇ ਆਉਣੀ ਕਰੋ, ਮੇਰੇ ਵੱਲੋਂ ਤੁਸੀਂ ਜਾਣਾ ਕਰੋ। ਤੁਮ ਲੈ ਆਪਣੇ ਪਾਸ ਅਬ ਤਹ ਦੇਹੋ ਪੁਚਾਇਓ। ਮੇਰੇ ਵੱਲੋਂ ਪੱਗ ਲੈ ਕੇ ਤੁਸੀਂ ਆਪਣੇ ਕੋਲ ਰੱਖ ਲਓ ਤੇ ਤੁਸੀਂ ਹੀ ਉਸ ਸਮਾਗਮ ਦੇ ਵਿੱਚ ਜਾ ਕੇ ਤੇ ਇਹ ਪੱਗ ਸਾਡੇ ਵੱਲੋਂ ਆਪ ਪਹੁੰਚਾ ਦੇਣੀ। ਲੇਕਰ ਨਿਜ ਜਨ ਕੋ ਦਿਓ ਕਹਿ ਬਹੁਰ ਪ੍ਰਸੰਗਾ। ਜਦੋਂ ਇਹ ਗੱਲ ਚੰਦੂ ਪਾਪੀ ਨੇ ਸੁਣੀ ਹੈ, ਬਾਦਸ਼ਾਹ ਜਹਾਂਗੀਰ ਵੱਲੋਂ ਇੱਕ ਪੱਗ ਲੈ ਕਰਕੇ ਤੇ ਉਹ ਪੱਗ ਆਪਣੇ ਇੱਕ ਸੇਵਕ ਨੂੰ ਦੇ ਕਰਕੇ ਫਿਰ ਅਗਲੀਆਂ ਗੱਲਾਂ ਹੋਰ ਬਾਦਸ਼ਾਹ ਜਹਾਂਗੀਰ ਨਾਲ ਇਵੇਂ ਕਹਿਣ ਲੱਗ ਪਿਆ, ਇਹ ਪਾਪੀ ਦਈ ਜੀਵ ਕਾ ਪ੍ਰਥਮ ਤੁਮ ਬਹੁ ਆਦਰ ਸੰਗਾ। ਕਹਿਣ ਲੱਗਾ ਬਾਦਸ਼ਾਹ ਜੀ ਤੁਸੀਂ ਤੇ ਪਹਿਲਾਂ ਵੀ ਬਾਬੇ ਪ੍ਰਿਥੀ ਚੰਦ ਨੂੰ ਜੀਵਕਾ ਵਾਸਤੇ ਗੁਜਰਾਨ ਵਾਸਤੇ ਬਹੁਤ ਕੁਝ ਉਹਨੂੰ ਦਿੱਤਾ ਹੋਇਆ ਹੈ, ਪਹਿਲਾਂ ਤੁਸੀਂ ਬੜਾ ਉਹਦਾ ਮਾਣ ਸਤਿਕਾਰ ਕੀਤਾ ਹੈ। ਕੋਠੇ ਗ੍ਰਾਮ ਸੋ ਧਾਮ ਕਰ ਬਸ ਬਾਸ ਸਦੀਵਾ। ਇੱਕ ਪਿੰਡ ਉਹਨੂੰ ਗੁਜਰਾਨ ਵਾਸਤੇ ਕੋਠਾ ਪਿੰਡ ਦਿੱਤਾ ਹੈ ਜਿੱਥੇ ਉਹ ਵਸਦੇ ਨੇ, ਸਦਾ ਵਾਸਤੇ ਉਹਨਾਂ ਉੱਥੇ ਹੀ ਵਾਸ ਕਰ ਲਿਆ ਹੈ। ਅਣਜ ਓਜ ਛਲਦਾਵ ਕਰ ਪੁਰ ਤੇ ਨਿਕਸੀਵਾ। ਕਿ ਉਹਨਾਂ ਨੂੰ ਉਹ ਤੇ ਹੁਣ ਤੁਹਾਡੇ ਦਿੱਤੇ ਪਿੰਡ ਵਿੱਚ ਰਹਿ ਰਹੇ ਨੇ। ਦੂਸਰੇ ਪਾਸੇ ਉਹਨਾਂ ਦੇ ਭਰਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪ੍ਰਤੀ ਕਹਿ ਰਿਹਾ ਹੈ ਕਿ ਉਹਨਾਂ ਨੇ ਤਾਕਤ ਛਲ ਦਾਉ ਪੇਚ ਵਰਤ ਕੇ
ਉਹਨਾਂ ਨੂੰ ਅੰਮ੍ਰਿਤਸਰ ਨਗਰ ਵਿੱਚੋਂ ਕਢਵਾ ਦਿੱਤਾ ਹੈ। ਸ੍ਰੀ ਅਰਜਨ ਤਬ ਤੇ ਮਹਾ ਕਰ ਗਰਭ ਅਫਾਰਾ। ਫਿਰ ਗੁਰੂ ਸਾਹਿਬ ਦੇ ਪ੍ਰਤੀ ਫਿਰ ਇਹੋ ਜਿਹੇ ਬੋਲ ਬੋਲਦਾ ਹੈ ਕਿ ਉਹਨਾਂ ਨੇ ਹੰਕਾਰ ਉਦੋਂ ਦਾ ਹੀ ਧਾਰਨ ਕੀਤਾ ਹੈ, ਭਾਵ ਜਦੋਂ ਦਾ ਤੁਸੀਂ ਉਹਨਾਂ ਨਾਲ ਕਿਸੇ ਵੀ ਤਰੀਕੇ ਦੇ ਨਾਲ ਕੋਈ ਹੁਕਮ ਨਹੀਂ ਦਿੱਤਾ, ਤੁਸੀਂ ਇਸ ਗੱਲ ਦੇ ਪ੍ਰਤੀ ਨਿਪਟਾਰਾ ਨਹੀਂ ਕਰਾਇਆ, ਤੇ ਉਦੋਂ ਦਾ ਹੀ ਉਹ ਮਨ ਵਿੱਚ ਹੰਕਾਰ ਕੇ ਬਹੁਤ ਗਰਭ ਕਰਕੇ ਬੈਠੇ ਹਨ। ਨਹੀਂ ਸ਼ਾਹ ਕੀ ਕੁਛ ਕਹਿਓ ਉਰ ਤੇ ਡਰ ਡਾਰਾ। ਤੇ ਬਾਦਸ਼ਾਹ ਸਲਾਮਤ ਤੁਸਾਂ ਫਿਰ ਕੋਈ ਐਕਸ਼ਨ ਨਹੀਂ ਲਿਆ, ਕੋਈ ਉਹਨਾਂ ਤੇ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਹੈ, ਇਸ ਕਰਕੇ ਉਹਨਾਂ ਨੇ ਤੁਹਾਡਾ ਡਰ ਵੀ ਮਨ ਵਿੱਚੋਂ ਕੱਢ ਦਿੱਤਾ ਹੈ। ਪੁਣ ਤਸਕਰ ਟਿਗ ਰਾਖ ਕਾਰ ਤਨ ਦੂਰ ਕੇ ਨੇਰੇ। ਫਿਰ ਗੁਰੂ ਸਾਹਿਬ ਦੇ ਪ੍ਰਤੀ ਵੇਖੋ ਕਿਦਾਂ ਚੁਗਲ ਬੰਦਾ ਚੁਗਲੀਆਂ ਕਰਦਾ ਹੋਇਆ ਨੀਚਤਾ ਦੀ ਹੱਦ ਤੇ ਪਹੁੰਚਦਾ ਹੈ। ਇਹ ਚੰਦੂ ਪਾਪੀ ਕਹਿ ਰਿਹਾ ਹੈ। ਫਿਰ ਉਹਨਾਂ ਨੇ ਚੋਰ ਆਪਣੇ ਕੋਲ ਰੱਖੇ ਹੋਏ ਨੇ, ਚੋਰਾਂ ਦੇ ਰਾਹੀਂ ਦੂਰੋਂ ਨੇੜਿਓਂ ਲੋਕਾਂ ਕੋਲੋਂ ਧਨ ਖੋਹ ਕੇ ਲੈ ਕਰਕੇ ਆਉਂਦੇ ਨੇ। ਜਿਹੜਾ ਗੁਰੂ ਨਾਨਕ ਦਾ ਘਰ ਚੋਰਾਂ ਨੂੰ ਸਿੱਧੇ ਰਸਤੇ ਤੇ ਪਾਉਂਦਾ ਹੋਵੇ, ਜਿਹੜਾ ਗੁਰੂ ਨਾਨਕ ਦਾ ਘਰ ਠੱਗਾਂ ਨੂੰ ਸੱਜਣ ਬਣਾਉਂਦਾ ਹੋਵੇ, ਉਸ ਘਰ ਦੇ ਖਿਲਾਫ ਇਹੋ ਜਿਹੇ ਬੋਲ ਚੰਦੂ ਪਾਪੀ ਬੋਲ ਕੇ ਪਾਪ ਕਮਾ ਰਿਹਾ ਹੈ ਕਿ ਉਹ ਚੋਰ ਕੋਲ ਰੱਖਦੇ ਨੇ ਤੇ ਉਹਨਾਂ ਰਾਹੀਂ ਦੂਰੋਂ ਨੇੜਿਓਂ ਧਨ ਜਿਹੜਾ ਹੈ ਇਹ ਚੋਰੀ ਕਰਵਾਉਂਦੇ ਹਨ। ਨਿਕਸਾਵੈ ਮੰਗਵਾ ਵਹੀ ਪਾਤਨੀ ਵਡੇਰੇ। ਬਹੁਤ ਸਾਰਾ ਧਨ ਉਹਨਾਂ ਨੇ ਇਸ ਤਰ੍ਹਾਂ ਲੋਕਾਂ ਦਾ ਖੋਹ ਕੇ ਚੋਰੀ ਕਰਕੇ ਮੰਗਵਾ ਕੇ ਬੜੇ ਧਨਵਾਨ ਬਣ ਗਏ ਹਨ। ਤਾਲ ਰਚਿਓ ਮੰਦਰ ਕਰਿਓ ਬਹੁਤ ਦਰਬ ਲਗਾਇਓ। ਇਸ ਪਾਪੀ ਵੱਲੋਂ ਇਸ ਪਾਪ ਨੂੰ ਕਮਾਉਂਦਿਆਂ ਹੋਇਆਂ ਇਹੋ ਜਿਹੇ ਪਾਪੀ ਬੋਲ ਬੋਲੇ ਜਾ ਰਹੇ ਨੇ ਕਿ ਇਹ ਜਿੰਨਾ ਵੀ ਨਗਰ ਵਸਾਇਆ ਹੈ, ਜੋ ਕੁਝ ਇਹਨਾਂ ਨੇ ਨਗਰ ਦੇ ਵਿੱਚ ਸਿਰਜਿਆ ਹੈ, ਜਿਸ ਦਰ ਘਰ ਦੇ ਵਿੱਚ ਕੁਝ ਵੀ ਚੀਜ਼ ਲਾਉਣ ਵਾਸਤੇ ਸਤਿਗੁਰਾਂ ਨੇ ਗੱਲ ਕਹਿ ਦਿੱਤੀ ਸੀ, ਇੱਥੇ ਫਕੀਰਾਂ ਦਾ ਚੱਕ ਰਹਿਣ ਦੇ, ਜਗੀਰਾਂ ਦਾ ਨਹੀਂ। ਇੱਥੇ ਸੰਗਤ ਦੇ ਧਨ ਦੇ ਨਾਲ, ਇੱਥੇ ਦਸਵੰਧ ਦੇ ਨਾਲ, ਆਪਣੀ ਮਿਹਨਤ ਦੀ ਕਿਰਤ ਕਮਾਈ ਦੇ ਵਿੱਚੋਂ, ਧਰਮ ਦੀ ਕਮਾਈ ਦੇ ਵਿੱਚੋਂ ਸੰਗਤਾਂ ਜਦੋਂ ਤਿਲ ਫੁੱਲ ਭੇਟਾ ਕਰਦੀਆਂ ਨੇ, ਉਹਦੇ ਰਾਹੀਂ ਗੁਰੂ ਘਰ ਦੇ ਸਾਰੇ ਪ੍ਰਬੰਧ ਸਤਿਗੁਰੂ ਪਾਤਸ਼ਾਹ ਕਰਦੇ ਹੈ। ਕਿਸੇ ਦੀ ਇਹੋ ਜਿਹੀ ਪਾਪ ਦੀ ਕਮਾਈ ਕਰਕੇ ਜਾਂ ਚੋਰੀ ਕਰਕੇ ਇਹੋ ਜਿਹੇ ਧਨ ਨੂੰ ਤੇ ਗੁਰੂ ਨੇ ਵੈਸੇ ਹੀ ਪ੍ਰਵਾਨ ਨਹੀਂ ਕੀਤਾ, ਪਰ ਇਹ ਪਾਪੀ ਚੰਦੂ ਪਾਪੀ ਇਸ ਤਰ੍ਹਾਂ ਕੰਨ ਭਰ ਕੇ ਇਹੋ ਜਿਹੇ ਦੋਸ਼ ਸਤਿਗੁਰਾਂ ਦੇ ਉੱਪਰ ਲਾਈ ਜਾ ਰਿਹਾ ਹੈ। ਲੋਕਣ ਕੇ ਬਿਰਮਾਵਣੇ ਇੱਕ ਬਿਉਂਤ ਬਣਾਇਓ। ਇਹ ਤੇ ਲੋਕਾਂ ਨੂੰ ਕਹਿੰਦਾ ਭਰਮਾਉਣ ਵਾਸਤੇ ਹੀ ਇਹਨਾਂ ਸਾਰੇ ਇਹੋ ਜੀਆਂ ਵਿਉਂਤਾਂ ਬਣਾਈਆਂ ਹੋਈਆਂ ਹਨ। ਤੂੰ ਭਾਖਿਓ ਨਾ ਬੁਲਾਵਤ ਹੈ ਆਪੇ ਚਲ ਆਵੈ। ਨਾ ਤੁਸੀਂ ਉਹਨਾਂ ਨੂੰ ਆਪਣੇ ਕੋਲ ਆਖ ਕੇ ਬੁਲਾਇਆ ਹੈ ਕਿ ਉਹ ਆਪ ਹੀ ਚੱਲ ਕਰਕੇ ਆ ਜਾਣ, ਆਪ ਉਹ ਚੱਲ ਕੇ ਆਏ ਨਹੀਂ ਤੁਹਾਡੇ ਕੋਲ। ਪ੍ਰਿਥੀ ਚੰਦ ਕਈ ਵਾਰ ਮਿਲ ਗਿਆ, ਪਰ ਗੁਰੂ ਅਰਜਨ ਸਾਹਿਬ ਤੁਹਾਨੂੰ ਮਿਲਣ ਨਹੀਂ ਆਏ ਹਨ, ਭਾਵ ਤੁਹਾਡਾ ਉਹਨਾਂ ਨੇ ਸਤਿਕਾਰ ਮਾਣ ਵੀ ਨਹੀਂ ਕੀਤਾ ਹੈ, ਮਿਲੇ ਵੀ ਨਹੀਂ ਤੁਹਾਡੇ ਕਿ ਤੁਸੀਂ ਬਾਦਸ਼ਾਹ ਹੋ, ਹੁਕਮਰਾਨ ਹੋ, ਮਿਲਣਾ ਚਾਹੀਦਾ ਸੀ, ਪਰ ਤੁਹਾਨੂੰ ਮਿਲਣ ਵਾਸਤੇ ਨਹੀਂ ਆਏ। ਤੇ ਇਸ ਕਰਕੇ ਤੁਸੀਂ ਵੀ ਉਹਨਾਂ ਨੂੰ ਅਜੇ ਤੱਕ ਬੁਲਾਇਆ ਨਹੀਂ ਹੈ। ਅਬ ਲੋ ਮਿਲਿਓ ਨਾ ਆਪ ਕੋ ਕੁਛ ਮਨ ਨਹਿ ਲਿਆਵੈ। ਇਤਨਾ ਸਮਾਂ ਹੋ ਗਿਆ ਤੁਸੀਂ ਤਖਤ ਤੇ ਬੈਠੇ ਹੋ, ਉਹ ਤੁਹਾਡੀ ਪ੍ਰਜਾ ਨੇ, ਫਰਜ਼ ਬਣਦਾ ਸੀ, ਪਰ ਨਹੀਂ ਅਜੇ ਤੱਕ ਤੁਹਾਨੂੰ ਮਿਲੇ ਨੇ, ਤੁਹਾਡੇ ਪ੍ਰਤੀ ਮਨ ਵਿੱਚ ਕੋਈ ਆਦਰ ਭਾਵ ਨਹੀਂ। ਇਦਾਂ ਕਹਿ ਕੇ ਪਾਪੀ ਨੇ ਕੰਨ ਭਰੇ ਹਨ। ਹਜ਼ਰਤ ਜੀ ਚਾਹੋ ਕਰੋ ਤਸਕਰ ਕੇ ਹਿਤਾ। ਹੇ ਹਜ਼ਰਤ ਜੀ, ਇਹ ਸ਼ਬਦ ਵਰਤਦੇ ਨੇ ਬਾਦਸ਼ਾਹ ਜਹਾਂਗੀਰ ਵਾਸਤੇ ਕਿ ਤੁਸੀਂ ਜੇ ਤੇ ਚਾਹੁੰਦੇ ਹੋ ਕਿ ਚੋਰਾਂ ਨੂੰ ਰੋਕਣਾ, ਚੋਰੀ ਰੁਕ ਜਾਏ, ਮਾੜੇ ਕਰਮ ਰੁਕ ਜਾਣ, ਚਾਹੀਏ ਕਹਿ ਰਹੇ ਬੁਲਾਏ ਢਿੱਗ ਅਵਸ਼ਕ ਏਤਾ। ਇਸ ਕਰਕੇ ਚਾਹੀਦਾ ਤੇ ਇਹ ਹੈ ਕਿ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਜਾਵੇ ਤਾਂ ਕਿ ਇਹੋ ਜਿਹੇ ਕਰਮ ਰੁਕ ਜਾਣ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਪਿਆਰ ਨਾਲ ਫੇਰ ਆਖੋ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰਮੁਖੋ, ਗੁਰੂ ਘਰ ਦੇ ਵਿੱਚ ਬੈਠੇ ਆ, ਇਹ ਦੁਨੀਆ ਦੇ ਵਿੱਚ ਇੱਕ ਚੀਜ਼ ਚੇਤੇ ਰੱਖ ਲਈਏ, ਜਿੰਨੀਆਂ ਚੋਰੀਆਂ, ਡਾਕੇ, ਮਾੜੇ ਕਰਮ ਹੋ ਰਹੇ ਨੇ, ਸਰਕਾਰਾਂ ਵੱਲੋਂ ਉਹਨਾਂ ਚੋਰਾਂ ਨੂੰ ਪਕੜਨ ਵਾਸਤੇ ਕਾਨੂੰਨ ਬਣੇ ਨੇ, ਜੇਲ੍ਹਾਂ ਦੀਆਂ ਜੇਲ੍ਹਾਂ ਭਰੀਆਂ ਨੇ, ਪਰ ਇਹ ਕਰਮ ਨਹੀਂ ਜੇ ਰੁਕਦਾ। ਅਸਲ ਦੇ ਵਿੱਚ ਅਪਰਾਧੀ ਨੂੰ ਤੇ ਪਕੜਿਆ ਜਾ ਸਕਦਾ ਹੈ, ਪਰ ਅਸਲ 'ਚ ਅਪਰਾਧ ਦੀ ਜੜ ਨੂੰ ਕੋਈ ਪਕੜਨ ਵਾਸਤੇ ਯਤਨ ਨਹੀਂ ਕਰਦਾ। ਗੁਰੂ ਨਾਨਕ ਦੇ ਘਰ ਨੇ ਅਪਰਾਧ ਦੀ ਜੜ ਨੂੰ ਪਕੜਿਆ। ਅਪਰਾਧ ਦੀ ਜੜ ਹੁੰਦੀ ਹੈ ਪਾਪ। ਜਦੋਂ ਪਾਪ ਅੰਦਰ ਆਇਆ ਉਹ ਬੰਦਾ ਅਪਰਾਧੀ ਬਣਦਾ ਹੈ। ਮੰਨ ਲਓ ਮੈਂ ਕਿਸੇ ਚੀਜ਼ ਨੂੰ ਵੇਖ ਕੇ ਮਨ 'ਚ ਖਿਆਲ ਆ ਜੇ ਕਿ ਆਹ ਚੀਜ਼ ਮੈਂ ਚੋਰੀ ਕਰ ਲਵਾਂ, ਜਦੋਂ ਚੋਰੀ ਦਾ ਖਿਆਲ ਆ ਗਿਆ ਸਮਝ ਲਓ ਪਾਪ ਉਦੋਂ ਹੀ ਪੁੰਗਰ ਪਿਆ ਮੇਰੇ ਅੰਦਰ, ਜਦੋਂ ਖਿਆਲ ਆ ਗਿਆ ਚੋਰੀ ਦਾ। ਤੇ ਜੇ
ਜਦੋਂ ਮੈਨੂੰ ਮੌਕਾ ਮਿਲ ਜਾਏਗਾ ਤੇ ਮੈਂ ਚੋਰੀ ਕਰ ਲਵਾਂਗਾ, ਜਦੋਂ ਚੋਰੀ ਕਰ ਲਵਾਂਗਾ ਪਤਾ ਲੱਗ ਗਿਆ ਤੇ ਮੈਂ ਅਪਰਾਧੀ ਦੀ ਸ਼੍ਰੇਣੀ ਵਿੱਚ ਆ ਜਾਵਾਂਗਾ। ਅਪਰਾਧੀ ਵਾਸਤੇ ਤੇ ਕਾਨੂੰਨ ਹੁੰਦਾ ਹੈ, ਪਰ ਜਿਹੜਾ ਮਨ ਵਿੱਚ ਸੋਚ ਰਿਹਾ ਹੈ, ਖਿਆਲ ਲੈ ਕੇ ਆ ਰਿਹਾ, ਉਹਦੇ ਵਾਸਤੇ ਕਦੀ ਕੋਈ ਕਾਨੂੰਨ ਨਹੀਂ ਹੋਇਆ ਕਰਦਾ। ਪਰ ਜੇ ਖਿਆਲ ਹੀ ਨਾ ਆਇਆ ਹੁੰਦਾ ਤੇ ਬੰਦਾ ਚੋਰ ਕਿੱਥੋਂ ਬਣਦਾ। ਇਸ ਕਰਕੇ ਸਤਿਗੁਰੂ ਦਾ ਘਰ ਉਹ ਮਾੜੇ ਖਿਆਲ ਆਉਣ ਤੋਂ ਹੀ ਪਹਿਲਾਂ ਰੋਕ ਦਿੰਦਾ। ਆ ਜਿਹੜੀ ਬਾਣੀ ਪੜ੍ਹਦੇ ਆ, ਸੁਣਦੇ ਆ, ਸੰਗਤ ਵਿੱਚ ਆ ਜਾਂਦੇ ਆ ਨਾ, ਇਹਦੇ ਨਾਲ ਮਾੜੇ ਖਿਆਲ ਹੀ ਨਹੀਂ ਆਉਂਦੇ। ਜਿਹੜਾ ਸਤਿਗੁਰੂ ਕਹਿੰਦੇ ਨਾ ਹਰ ਵਕਤ ਸਿਮਰਨ ਕਰੋ, ਬਾਣੀ ਪੜ੍ਹੋ, ਕਿਤੇ ਭੁੱਲ ਕੇ ਵੀ ਮਾੜਾ ਖਿਆਲ ਨਾ ਆ ਜੇ, ਕਿਤੇ ਮਾੜੀ ਵਿਚਾਰ ਨਾ ਮਨ ਵਿੱਚ ਆ ਜਾਏ। ਇਸ ਕਰਕੇ ਇਹ ਬਾਣੀ ਮਾੜੇ ਫੁਰਨੇ ਹੀ ਨਹੀਂ ਪੈਦਾ ਹੋਣ ਦਿੰਦੀ, ਮਾੜੇ ਖਿਆਲ ਹੀ ਨਹੀਂ ਪੈਦਾ ਹੋਣ ਦਿੰਦੀ। ਤੇ ਫਿਰ ਪਾਪ ਦਾ ਜਨਮ ਕਿੱਥੋਂ ਹੋਣਾ? ਜਦੋਂ ਪਾਪ ਹੀ ਨਹੀਂ, ਜਦੋਂ ਜੜ ਹੀ ਨਹੀਂ ਲੱਗੀ ਪਾਪ ਦੀ, ਤੇ ਅਪਰਾਧੀ ਕਿੱਥੋਂ ਬਣਨੇ? ਗੁਰੂ ਨਾਨਕ ਦਾ ਘਰ ਪਾਪ ਤੋਂ ਵੀ ਬਚਾ ਦਿੰਦਾ ਹੈ। ਉਹ ਸਿਮਰਨ ਦੀ ਵਡਿਆਈ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਜਿਹਦੇ ਸਿਮਰਨ ਦੇ ਨਾਲ ਕਿਲ ਵਿਖ ਪਾਪ ਸਾਰੇ ਦੂਰ ਹੋ ਜਾਂਦੇ ਨੇ। ਇਹ ਗੁਰੂ ਨਾਨਕ ਦੇ ਘਰ ਦੀਆਂ ਸਿਫਤਾਂ ਨੇ। ਸਤਿਗੁਰੂ ਤੇ ਉਹ ਸੋਚ ਹੀ ਖਤਮ ਕਰ ਰਹੇ ਸੀ ਜਿਸ ਤੋਂ ਕੋਈ ਚੋਰ ਬਣੇ, ਕੋਈ ਠੱਗ ਬਣੇ, ਕੋਈ ਮਾੜੇ ਕੰਮ ਕਰੇ। ਇਸ ਕਰਕੇ ਇਹ ਗੁਰੂ ਨਾਨਕ ਦੇ ਘਰ ਦੀਆਂ ਸਿਫਤਾਂ ਨੇ। ਪਰ ਇਹ ਪਾਪੀ ਨੇ ਕੰਨ ਭਰੇ ਨੇ ਕਿ ਜੇ ਚੋਰ ਉਹਨਾਂ ਨੂੰ ਤੁਸੀਂ ਨਾ ਰੋਕਿਆ, ਜੇ ਚੋਰਾਂ ਨੂੰ ਪਕੜਨਾ ਚਾਹੁੰਦੇ ਹੋ ਤੇ ਗੁਰੂ ਅਰਜਨ ਸਾਹਿਬ ਨੂੰ ਪਕੜਨਾ ਕਰੋ। ਸ਼ਾਹ ਕਹਿਓ ਨਹਿ ਆਏ ਜੇ ਪੁਨ ਲਿਓ ਬੁਲਾਏ। ਤੇ ਬਾਦਸ਼ਾਹ ਅੱਗੋਂ ਇੰਨੀ ਵਾਰ ਜਦੋਂ ਬਾਰ-ਬਾਰ ਕਹਿੰਦੇ ਚੁੱਕਣਾ ਕੋਈ ਦਈ ਜਾਵੇ, ਕੰਨ ਭਰੀ ਜਾਵੇ, ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਠੀਕ ਹੈ, ਜੇ ਨਹੀਂ ਆਉਣਗੇ ਤੇ ਫਿਰ ਆਪਾਂ ਬੁਲਾ ਲਵਾਂਗੇ ਉਹਨਾਂ ਨੂੰ। ਨਿਸ਼ਚੈ ਕੀਜੈ ਸਾਚ ਇਹ ਕਹਿ ਮਿਥਿਆ ਗਾਏ। ਪਰ ਇਸ ਚੀਜ਼ ਤੇ ਪਹਿਲਾਂ ਨਿਸ਼ਚਾ ਕਰ ਲਓ, ਵਿਸ਼ਵਾਸ ਕਰੋ ਕਿ ਆਖਰਕਾਰ ਇਹ ਦੋਸ਼ ਜਿਹੜਾ ਤੁਸੀਂ ਗੁਰੂ ਘਰ ਦੇ ਪ੍ਰਤੀ ਲਾ ਰਹੇ ਹੋ, ਗੁਰੂ ਅਰਜਨ ਸਾਹਿਬ ਦੇ ਪ੍ਰਤੀ, ਸੱਚਾ ਹੈ ਕਿ ਝੂਠਾ। ਜੇ ਸੱਚਾ ਦੋਸ਼ ਨਿਕਲ ਆਵੇ, ਵਾਕਈ ਕੋਈ ਪ੍ਰਮਾਣ ਲੱਭ ਜਾਵੇ, ਤੇ ਫਿਰ ਜ਼ਰੂਰ ਉਹਨਾਂ ਨੂੰ ਅਸੀਂ ਬੁਲਵਾ ਲਵਾਂਗੇ। ਜਿਉਂ ਕਿਉਂ ਕਰ ਨਿਜ ਦੇਸ਼ ਤੇ ਚੋਰੀ ਹਟਵਾਵੋ। ਕਿਉਂਕਿ ਦੇਸ਼ ਵਿੱਚੋਂ ਚੋਰੀ ਵਰਗਾ ਕਰਮ ਹਟਾਉਣ ਵਾਸਤੇ ਕਹਿੰਦੇ ਜੋ ਵੀ ਕਰਨਾ ਪਵੇ, ਬਾਦਸ਼ਾਹ ਜਹਾਂਗੀਰ ਕਹਿੰਦਾ ਅਸੀਂ ਉਹ ਕਰਾਂਗੇ, ਹਰ ਤਰੀਕੇ ਨਾਲ ਇਹ ਮਾੜੇ ਕਰਮ ਰੋਕਾਂਗੇ। ਸਾਬਤ ਕਰ ਗਹਿ ਲੀਜੀਐ ਨਹਿ ਝੂਠ ਲਗਾਵੋ। ਪਰ ਪਹਿਲਾਂ ਸਾਬਤ ਕਰੋ ਗੁਰੂ ਅਰਜਨ ਸਾਹਿਬ ਦੇ ਉੱਪਰ ਕਿਸੇ ਤਰੀਕੇ ਨਾਲ, ਇਦਾਂ ਝੂਠ ਕਰਕੇ ਉਹਨਾਂ ਤੇ ਦੋਸ਼ ਨਾ ਲਾਉਣਾ ਕਰੋ। ਲੋਹਰਾ ਚੰਦ ਆਨੰਦ ਬਿਲੰਦ ਰਿੱਧ ਲਖ ਨਿਜ ਰੁਖ ਕੀ ਬਾਤ। ਇੰਨੀ ਕੁ ਗੱਲ ਜਦੋਂ ਬਾਦਸ਼ਾਹ ਜਹਾਂਗੀਰ ਨੇ ਕਹੀ ਕਿ ਸਾਬਤ ਕਰ ਦਿਓ ਫਿਰ ਅਸੀਂ ਬੁਲਾ ਲਵਾਂਗੇ, ਪਹਿਲਾਂ ਤੇ ਸੁਣਦਾ ਹੀ ਨਹੀਂ ਸੀ ਕਿ ਇਹ ਤੂੰ ਝੂਠ ਬੋਲਦਾ, ਹੋ ਨਹੀਂ ਸਕਦਾ। ਪਰ ਕਹਿੰਦੇ ਜੇ ਸਾਬਤ ਕਰ ਦਿਓ ਤੇ ਫਿਰ ਗੁਰੂ ਅਰਜਨ ਸਾਹਿਬ ਨੂੰ ਬੁਲਾਉਣ ਵਾਸਤੇ ਅਸੀਂ ਗ੍ਰਿਫਤਾਰੀ ਦਾ ਵੀ ਹੁਕਮ ਦੇ ਦਿਆਂਗੇ। ਇਹ ਗੱਲ ਕਿਉਂਕਿ ਹੁਣ ਸਾਬਤ ਕਰਨਾ ਤੇ ਇਹਦੇ ਆਪਣੇ ਹੱਥ ਦੀ ਕਲਾ ਸੀ, ਇਹਨੇ ਆਪਣੇ ਬਹਾਨੇ ਬਣਾ ਕੇ ਸਾਬਤ ਕਰਨਾ। ਬੜਾ ਖੁਸ਼ ਹੋਇਆ ਹੈ, ਜਿਵੇਂ ਚੰਦਰਮਾ ਦੀ ਚਾਂਦਨੀ ਹੋਵੇ ਨਾ, ਉਹਦੇ ਚੰਦਰਮਾ ਵਾਂਗੂ ਉਸ ਢੰਗ ਦੇ ਨਾਲ ਚਿਹਰੇ ਤੇ ਚਿਹਰਾ ਖਿੜ ਗਿਆ ਹੈ, ਬੜਾ ਆਨੰਦ ਦੇ ਵਿੱਚ ਚੰਦੂ ਕਿ ਮੇਰੇ ਵੱਲ ਦੀ ਗੱਲ ਬਾਦਸ਼ਾਹ ਨੇ ਕਰਤੀ ਹੈ। ਬਾਤ ਬ੍ਰਿਸ਼ ਕੋਹਤ ਹੈ ਜਿਮ ਘਾਤ ਦੇਖ ਕਰ ਘਾਤ। ਜਿਵੇਂ ਵੈਸੇ ਦਰਖਤ ਬੜਾ ਮਜ਼ਬੂਤ ਹੁੰਦਾ ਹੈ, ਪਰ ਜਿਹੜੀ ਹਵਾ ਚੱਲਦੀ ਹੈ ਨਾ, ਤੇ ਕਈ ਵਾਰ ਹਵਾ ਆਪਣੀ ਘੁੰਮਣ ਘੇਰੀ ਦੇ ਵਿੱਚ ਪਾ ਕਰਕੇ ਦਰਖਤ ਨੂੰ ਜੜ ਤੋਂ ਹੀ ਪੁੱਟ ਕੇ ਬਾਹਰ ਕੱਢ ਦਿੰਦੀ। ਹੁਣ ਕੋਈ ਦਰਖਤ ਹੋਵੇ ਤੇ ਹਵਾ ਜ਼ੋਰ ਦੀ ਚੱਲਦੀ ਹੋਵੇ ਤੇ ਉਹ ਦਰਖਤ ਸਾਰਾ ਜੜ ਸਮੇਤ ਪੁੱਟਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਘਾਤ ਵੇਖ ਕਰਕੇ, ਮੌਕਾ ਵੇਖ ਕਰਕੇ ਇਹ ਸੋਚਦਾ ਹੈ ਮੈਂ ਕਿਹੋ ਜੀ ਘੁੰਮਣ ਘੇਰੀ 'ਚ ਗੁਰੂ ਸਾਹਿਬ ਨੂੰ ਪਕੜਾਂ, ਕਿਹੋ ਜੀ ਘੁੰਮਣ ਘੇਰੀ ਵਿੱਚ ਪਾਵਾਂ ਕਿ ਆਖਰਕਾਰ ਗੁਰੂ ਸਾਹਿਬ ਉਸ ਘੁੰਮਣ ਘੇਰੀ ਦੇ ਵਿੱਚ ਫਸ ਜਾਣ। ਜਿਵੇਂ ਹਵਾ ਘੁੰਮਣ ਘੇਰੀ ਬਣਾ ਕੇ ਦਰਖਤ ਨੂੰ ਜੜੋਂ ਪੁੱਟ ਦਿੰਦੀ ਹੈ, ਇਸੇ ਤਰ੍ਹਾਂ ਘੁੰਮਣ ਘੇਰੀ ਬਣਾ ਕੇ ਦਾਉ ਪੇਚ ਰਚਣ ਦਾ ਇਹ ਯਤਨ ਕਰਦਾ ਹੈ ਕਿ ਮੈਂ ਇਹੋ ਜੀ ਘੁੰਮਣ ਘੇਰੀ ਬਣਾਵਾਂਗਾ, ਛੜਯੰਤਰ ਰਚਾਂਗਾ ਤੇ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਵਾ ਲਵਾਂਗਾ। ਉਸ ਗੱਲ ਦੀ ਹੁਣ ਇਹ ਉਡੀਕ ਕਰਦਾ ਹੈ, ਕੋਈ ਬਹਾਨਾ ਲੱਭਣ ਦਾ ਯਤਨ ਕਰਦਾ ਹੈ ਇਹ ਪਾਪੀ। ਦੋਹਰਾ ਸ੍ਰੀ ਗੁਰੂ ਅਰਜਨ ਜੀ ਟਿਕੇ ਤਾਰਨ ਧਰਨ ਸਥਾਨ। ਇਧਰ ਸਾਧ ਸੰਗਤ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਹੜੇ ਸੰਸਾਰ ਦੇ ਵਿੱਚ ਮਨੁੱਖਤਾ ਦੇ ਭਲੇ ਦੇ ਕਾਰਜ ਕਰ ਰਹੇ। ਸਤਿਗੁਰੂ ਪਾਤਸ਼ਾਹ ਨੇ ਜਿੱਥੇ ਅੰਮ੍ਰਿਤਸਰ ਦੀ ਨਗਰੀ ਵਿੱਚ ਬੇਅੰਤ ਬਖਸ਼ਿਸ਼ਾਂ ਤੇ ਰਹਿਮਤਾਂ ਕੀਤੀਆਂ, ਇਹ ਨਗਰ ਵਸਾਇਆ। ਨਗਰ ਦੇ ਵਿੱਚ ਆਰਥਿਕ ਪੱਖੋਂ ਹਰ ਜਾਤ ਮਜ਼ਹਬ ਦੇ ਲੋਕ ਲਿਆ ਕੇ ਵਸਾ ਕੇ ਉਹਨਾਂ ਨੂੰ ਖੁਸ਼ਹਾਲ ਕੀਤਾ। 4 ਦਰਵਾਜ਼ੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਰ ਮਨੁੱਖ ਵਾਸਤੇ ਇਹ ਸਾਂਝਾ ਉਪਦੇਸ਼ ਹੈ। ਇਹਦੇ ਨਾਲ ਨਾਲ ਤਰਨ ਤਾਰਨ ਸਾਹਿਬ ਦੇ ਸੁੰਦਰ ਅਸਥਾਨ, ਸਿੱਖ ਪ੍ਰਭਾਵੀ ਨਗਰ ਸਤਿਗੁਰਾਂ ਨੇ ਵਸਾਏ।
ਜਿਸ ਨਗਰ ਦੇ ਵਿੱਚ ਸਤਿਗੁਰ ਪਾਤਸ਼ਾਹ ਨੇ ਏਸ਼ੀਆ ਦਾ ਸਭ ਤੋਂ ਪਹਿਲਾਂ ਕੋੜੀ ਘਰ ਵੀ ਬਣਾਇਆ ਸੀ। ਇਹ ਕੇਵਲ ਪੰਜਾਬ ਜਾਂ ਤਾਂ ਕੇਵਲ ਇੱਕ ਖਿੱਤੇ ਦੀ ਗੱਲ ਨਹੀਂ, ਪੂਰੇ ਏਸ਼ੀਆ ਦੇ ਵਿੱਚ ਪਹਿਲਾ ਕੋੜੀਆਂ ਦੀ ਸੰਭਾਲ ਵਾਸਤੇ ਕੋਈ ਅਸਥਾਨ ਬਣਿਆ ਹੈ ਨਾ, ਇਹ ਤਰਨਤਾਰਨ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਬਣਾਇਆ ਸੀ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਅੰਮ੍ਰਿਤਸਰ, ਇਸ ਤੋਂ ਇਲਾਵਾ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਤਿਗੁਰੂ ਜਾਂਦੇ ਰਹੇ ਸਨ। ਇਸ ਤਰ੍ਹਾਂ ਗੁਰੂ ਨਗਰੀ ਚੋਂ ਸਤਿਗੁਰੂ ਜੀ ਕੁਝ ਸਮੇਂ ਵਾਸਤੇ, ਮਹਾਂਕਵੀ ਸੰਤੋਖ ਸਿੰਘ ਜੀ ਕਹਿੰਦੇ ਤਰਨਤਾਰਨ ਸਾਹਿਬ ਦਾ ਸਥਾਨ, ਉਹਨਾਂ ਨੇ ਤਾਰਨ ਤਰਨ ਕਰਕੇ ਸ਼ਬਦ ਵਰਤਿਆ, ਉਸ ਸਥਾਨ ਤੇ ਕੁਝ ਸਮੇਂ ਵਾਸਤੇ ਪ੍ਰਚਾਰ ਪ੍ਰਸਾਰ ਵਾਸਤੇ ਪਹੁੰਚੇ ਹੋਏ ਸਨ। ਸੰਗਮ ਸੰਦਨ ਸੰਗਤਾਂ ਦਰਸੈ ਅਨਗਨ ਆਣ। ਉਸ ਵਕਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਬਹੁਤ ਦੂਰ ਨੇੜੇ ਤੋਂ ਸੰਗਤਾਂ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਨੇ, ਭਾਵ ਆਪਣਾ ਆਪਾ ਸਮਰਪਿਤ ਕਰਦੀਆਂ ਨੇ, ਮਨ ਵਿੱਚ ਸਤਿਗੁਰ ਕੈ ਪਾਤ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣਾ ਆਪਾ ਭੇਟ ਕਰਦੀਆਂ ਨੇ। ਉੱਥੇ ਮਸੰਦ ਆਉਂਦੇ ਨੇ, ਉਹਨਾਂ ਨਾਲ ਸੰਗਤਾਂ ਬਹੁਤ ਵੱਡੇ ਪੱਧਰ ਤੇ ਦਰਸ਼ਨ ਕਰਨ ਆਉਂਦੀਆਂ ਹਨ। ਚੌਪਈ ਜਹਾਂਗੀਰ ਕਿਸ ਕਾਰਨ ਕਰਕੇ। ਇੱਧਰ ਬਾਦਸ਼ਾਹ ਜਹਾਂਗੀਰ ਹਿੰਦੁਸਤਾਨ ਦੀ ਧਰਤੀ ਤੇ ਦਿੱਲੀ ਦੀ ਸਲਤਨਤ ਦੇ ਵਿੱਚ ਅਕਬਰ ਬਾਦਸ਼ਾਹ ਦੀ ਮੌਤ ਤੋਂ ਬਾਅਦ ਲਗਾਤਾਰ ਜਦੋਂ ਜਹਾਂਗੀਰ ਤਖਤ ਤੇ ਬੈਠਾ ਹੈ, ਇਹ ਸਮਾਂ ਬਹੁਤਾ ਸੁਖਾਵਾਂ ਨਹੀਂ ਸੀਗਾ, ਕਿਉਂਕਿ ਉਸ ਵਕਤ ਇਤਿਹਾਸਕਾਰਾਂ ਦੀ ਲਿਖਤ ਅਨੁਸਾਰ ਜ਼ਿਕਰ ਮਿਲਦਾ ਹੈ ਕਿ ਅਕਬਰ ਬਾਦਸ਼ਾਹ ਅਸਲ ਦੇ ਵਿੱਚ ਜਹਾਂਗੀਰ ਨੂੰ ਤਖਤ ਵਿੱਚ ਬਿਠਾਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਜਹਾਂਗੀਰ ਦਾ ਅਸਲ ਨਾਮ ਹੈ ਸਲੀਮ। ਸਲੀਮ ਤੇ ਅਨਾਰਕਲੀ ਦੇ ਬਹੁਤ ਕਿੱਸੇ ਲੋਕਾਂ 'ਚ ਪ੍ਰਚਲਿਤ ਹੈ। ਇਹ ਸ਼ਰਾਬੀ ਕਬਾਬੀ ਜਾਂ ਸੁਭਾਅ ਸੀ ਇਹਦਾ, ਤੇ ਜਹਾਂਗੀਰ ਦੀ ਥਾਂ ਤੇ ਇਹਦੇ ਵੱਡੇ ਪੁੱਤਰ ਖੁਸਰੋ ਨੂੰ ਅਕਬਰ ਬਿਠਾਉਣਾ ਚਾਹੁੰਦਾ ਸੀ। ਪਰ ਦਰਬਾਰ ਦੇ ਵਿੱਚੋਂ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੂੰ ਪਤਾ ਸੀਗਾ ਕਿ ਜਹਾਂਗੀਰ ਵੀ ਤਖਤ ਤੇ ਬੈਠਣਾ ਚਾਹੁੰਦਾ, ਪਰ ਅਕਬਰ ਪਸੰਦ ਨਹੀਂ ਕਰਦਾ। ਉਹਨਾਂ ਦੇ ਵਿੱਚੋਂ ਸ਼ੇਖ ਅਹਿਮਦ ਸਰਹੰਦੀ ਦਾ ਇੱਕ ਚੇਲਾ ਸੀ, ਸ਼ੇਖ ਫਰੀਦ ਬੁਖਾਰੀ, ਜਿਹਨੂੰ ਮੁਰਤਜ਼ਾ ਖਾਨ ਵੀ ਆਖਿਆ ਜਾਂਦਾ। ਇਹ ਦਰਬਾਰੀਆਂ 'ਚੋਂ ਇਸ ਤਰ੍ਹਾਂ ਬੜਾ ਇੱਕ ਛੜਯੰਤਰ ਰਚ ਕਰਕੇ ਜਹਾਂਗੀਰ ਨੂੰ ਤਖਤ ਤੇ ਬਿਠਾਇਆ ਗਿਆ ਸੀ, ਜਿਨ੍ਹਾਂ ਵਿੱਚ ਹੋ ਸਕਦਾ ਹੈ ਇਹ ਵਾਅਦੇ ਵੀ ਕੀਤੇ ਹੋਣ ਕਿ ਜਿਹੜੀਆਂ ਇਸਲਾਮ ਦੇ ਪ੍ਰਚਾਰ ਦੇ ਵਿੱਚ ਜਾਂ ਹੋਰ ਕਿਸੇ ਕਾਰਜ ਦੇ ਵਿੱਚ, ਕਿਉਂਕਿ ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀ ਸਿਲਸਿਲੇ ਦਾ ਆਗੂ ਸੀ ਤੇ ਉਹਦਾ ਇਹ ਯਤਨ ਹੋਇਆ ਕਰਦਾ ਸੀ ਕਿ ਕੇਵਲ ਇੱਕੋ ਧਰਮ ਦਾ ਪ੍ਰਚਾਰ ਹੋਵੇ ਦੁਨੀਆ ਦੇ ਵਿੱਚ, ਇਸਲਾਮ ਦਾ, ਬਾਕੀ ਧਰਮ ਨਹੀਂ ਨਜ਼ਰ ਆਉਣਾ ਚਾਹੀਦਾ। ਤੇ ਉਹਦੇ ਵਾਸਤੇ ਭਾਵੇਂ ਕੋਈ ਪਿਆਰ ਨਾਲ ਇਸ ਦਾਇਰੇ 'ਚ ਲਿਆਂਦਾ ਜਾਵੇ ਤੇ ਭਾਵੇਂ ਤਲਵਾਰ ਦੇ ਨਾਲ ਲਿਆਉਂਦਾ ਜਾਵੇ, ਉਹ ਕਿਸੇ ਹੋਰ ਧਰਮ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਇਹਦੀਆਂ ਵੱਖਰੀਆਂ ਚਿੱਠੀਆਂ ਨੇ, ਅੱਗੇ ਜਾ ਕੇ ਉਹਨਾਂ ਦਾ ਜ਼ਿਕਰ ਵੀ ਆਏਗਾ। ਪਰ ਕਿਵੇਂ ਨਾ ਕਿਵੇਂ ਛੜਯੰਤਰ ਰਚ ਕੇ ਇਹਨਾਂ ਵੱਲੋਂ ਜਹਾਂਗੀਰ ਨੂੰ ਤਖਤ ਤੇ ਬਿਠਾਇਆ ਗਿਆ, ਪਰ ਖੁਸਰੋ ਦੀ ਆਪਣੇ ਪਿਤਾ ਨਾਲ ਬਣ ਨਾ ਸਕੀ। ਆਖਰਕਾਰ ਖੁਸਰੋ ਨੇ ਬਗਾਵਤ ਕਰ ਦਿੱਤੀ ਸੀ, ਜਿਸ ਕਰਕੇ ਉਹ ਆਪਣੇ ਪਿਤਾ ਤੋਂ ਵੱਖਰਾ ਹੋ ਕੇ ਬਾਗੀ ਹੋ ਗਿਆ ਸੀ। ਚੌਪਈ ਜਹਾਂਗੀਰ ਕਿਸ ਕਾਰਨ ਕਰਕੇ। ਕਿਉਂਕਿ ਜਹਾਂਗੀਰ ਬਾਦਸ਼ਾਹ ਦਾ ਹੁਣ ਇਹ ਜਿਹੜਾ ਕਾਰਨ ਬਣਿਆ ਹੈ, ਇਹ ਵੱਡਾ ਕਾਰਨ ਹੈ, ਜੋ ਆਪਣੇ ਪੁੱਤਰ ਖੁਸਰੋ ਦੇ ਨਾਲ ਇੱਕ ਤਰੀਕੇ ਦੇ ਨਾਲ ਤਕਰਾਰ ਚੱਲ ਰਿਹਾ ਸੀ। ਇੱਕ ਸਹਜਾਦੇ ਸੋਰਿਸ ਧਰ ਕੇ। ਉਹ ਸ਼ਹਿਜ਼ਾਦਾ ਜਿਹੜਾ ਖੁਸਰੋ ਹੈ, ਉਹਦੇ ਨਾਲ ਬੜਾ ਕ੍ਰੋਧ ਧਾਰਨ ਕੀਤਾ, ਕਿਉਂਕਿ ਬਾਗੀ ਹੋ ਗਿਆ ਹੈ, ਬਾਗੀ ਹੋ ਕੇ ਵੱਖਰੀ ਸਲਤਨਤ ਉਹ ਚਾਹੁੰਦਾ ਹੈ। ਇਸ ਕਰਕੇ ਉਹ ਆਪਣੇ ਪੁੱਤਰ ਦੇ ਹੀ ਪ੍ਰਤੀ ਬੜਾ ਗੁੱਸਿਆ ਤੇ ਕ੍ਰੋਧ ਦੇ ਵਿੱਚ ਸੀ। ਦਿਓ ਨਿਕਾਸ ਕਹਿਓ ਸਭ ਠੌਰ। ਹੁਣ ਪੁੱਤਰ ਬਾਗੀ ਹੋ ਗਿਆ ਹੈ, ਉਹਨੂੰ ਸਾਰੇ ਪਾਸੇ ਉਹਨੇ ਨਿਕਾਲਾ ਦੇ ਦਿੱਤਾ ਹੈ ਕਿ ਇਹ ਮੇਰੇ ਦੇਸ਼ ਵਿੱਚ ਕਿਧਰੇ ਨਜ਼ਰ ਨਹੀਂ ਆਉਣਾ ਚਾਹੀਦਾ। ਇਨਕੇ ਸੰਗ ਨਾ ਮਿਲ ਹੈ ਔਰ। ਤੇ ਇਸ ਬਾਗੀ ਦੀ ਹੁਣ ਕੋਈ ਸਹਾਇਤਾ ਨਾ ਕਰੇ, ਨਾ ਕੋਈ ਆ ਕੇ ਇਹਨੂੰ ਮਿਲੇ, ਨਾ ਇਹਦਾ ਕੋਈ ਸਾਥ ਖੁਸਰੋ ਦਾ ਦੇਵੇ। ਜੇ ਨੌਕਰ ਮਮ ਲੱਗ ਕੇ ਮਹਾਨ। ਤੇ ਜਿਹੜੇ ਮੇਰੇ ਨੌਕਰ ਨੇ, ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ, ਹਰ ਇੱਕ ਨੂੰ ਇਹਨੇ ਇਹ ਐਲਾਨ ਕਰਕੇ ਦੱਸਿਆ ਉਹ ਨਹਿ ਦੇ ਇਸੇ ਸਨਮਾਨ ਕਿ ਮੇਰਾ ਪੁੱਤਰ ਭਾਵੇਂ ਹੈ, ਪਰ ਇਹਨੂੰ ਕੋਈ ਮਾਣ ਸਨਮਾਨ ਨਾ ਦਵੇ, ਕਿਉਂਕਿ ਇਹ ਬਾਗੀ ਹੈ। ਗ੍ਰਾਮ ਨਗਰ ਪ੍ਰਵੇਸ਼ ਨਾ ਹੋਏ। ਕਿਸੇ ਪਿੰਡ ਵਿੱਚ, ਨਗਰ ਦੇ ਵਿੱਚ ਇਹਨੂੰ ਕੋਈ ਆਸਰਾ ਨਾ ਦਵੇ, ਕੋਈ ਪ੍ਰਵੇਸ਼ ਨਾ ਕਰਨ ਦੇਵੇ ਇਸ ਨੂੰ। ਦੇਸ਼ ਤਿਆਗ ਕਰ ਗਮਨਾ ਸੋਏ। ਇਹ ਦੇਸ਼ ਛੱਡ ਕਰਕੇ ਜਾਵੇ, ਪਰ ਦੇਸ਼ ਵਿੱਚ ਕਿਤੇ ਕੋਈ ਇਹਨੂੰ ਆਸਰਾ ਜਿਹੜਾ ਹੈ, ਕੋਈ ਸਹਾਰਾ ਇਸ ਨੂੰ ਨਾ ਦੇਣਾ ਕਰੇ। ਇਮ ਸਭ ਕੋ ਲਿਖ ਦਿਓ ਨਿਕਾਸ। ਇਸ ਤਰੀਕੇ ਨਾਲ ਜਿੱਥੇ ਬਾਦਸ਼ਾਹ ਜਹਾਂਗੀਰ ਵੱਲੋਂ ਖੁਸਰੋ ਦੇ ਪ੍ਰਤੀ ਇਹ ਹੁਕਮ ਜਾਰੀ ਕੀਤੇ ਨੇ,
ਇਧਰੋਂ ਇਹ ਬਾਗੀ ਹੋ ਕਰਕੇ ਖੁਸਰੋ ਨਿਕਲ ਚੁੱਕਿਆ ਹੈ। ਸੋ ਤਜ ਦਿੱਲੀ ਪੁਰੀ ਆਵਾਸ, ਉਹਨੇ ਦਿੱਲੀ ਦਾ ਨਗਰ ਛੱਡ ਦਿੱਤਾ ਹੈ, ਆਪਣੇ ਘਰ ਛੱਡ ਦਿੱਤੇ ਨੇ, ਸਭ ਕੁਝ ਛੱਡ ਕੇ ਚੱਲ ਪਿਆ ਹੈ। ਕੁਛ ਨਰ ਸੰਗ ਨਿਕਸ ਕਰ ਆਇਓ, ਕੁਝ ਕੁ ਇਹਦੇ ਜਿਹੜੇ ਹਮੈਤੀ ਤੇ ਵਫਾਦਾਰ ਬੰਦੇ ਸੀ ਉਹ ਵੀ ਇਹਦੇ ਨਾਲ ਚੱਲ ਪਏ ਹਨ। ਸਨੇ ਸਨੇ ਬਹੁ ਮਗ ਉਲੰਘਾਇਓ, ਇਸ ਤਰ੍ਹਾਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਆਪਣੀ ਜਾਨ ਬਚਾਉਂਦਾ ਹੋਇਆ ਕਿਸੇ ਤਰੀਕੇ ਦੇ ਨਾਲ ਇਹ ਪੰਜਾਬ ਦੀ ਧਰਤੀ ਵੱਲ ਨੂੰ ਵੱਧ ਰਿਹਾ ਹੈ। ਮਾਝੇ ਦੇਸ਼ ਪ੍ਰਵੇਸ਼ਿਓ ਆਏ, ਤੇ ਪੰਜਾਬ ਦੀ ਧਰਤੀ ਵਿੱਚ ਮਾਝੇ ਦੇ ਇਲਾਕੇ ਦੇ ਵਿੱਚ ਆ ਕੇ ਇਹ ਪ੍ਰਵੇਸ਼ ਕਰ ਜਾਂਦਾ ਹੈ। ਜਿਸ ਪਛਮ ਚਿਤ ਬਾਸ਼ਤ ਜਾਏ, ਤੇ ਸੋਚਦਾ ਹੈ ਮੈਂ ਪੱਛਮ ਦੇ ਇਲਾਕੇ ਦੇ ਵਿੱਚ ਹੋਰ ਅੱਗੇ ਵੱਧ ਜਾਵਾਂ, ਆਪਣਾ ਰਾਜ ਭਾਗ ਇੱਧਰ ਕਾਇਮ ਕਰ ਲਵਾਂ। ਗੁਰੂ ਤਰਨ ਤਾਰਨਪੁਰ ਡੇਰਾ, ਇੱਧਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਤਰਨ ਤਾਰਨ ਸਾਹਿਬ ਦੇ ਸੁੰਦਰ ਅਸਥਾਨਾਂ ਤੇ ਭਾਗ ਲਾ ਰਹੇ ਸਨ। ਕੇਤਿਕ ਦਿਨ ਤੇ ਕੀਨ ਬਸੇਰਾ, ਤੇ ਕਈ ਦਿਨਾਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੇ ਇਸ ਥਾਂ ਤੇ ਬਖਸ਼ਿਸ਼ ਕਰ ਰਹੇ ਸਨ, ਰਹਿਮਤਾਂ ਵੰਡ ਰਹੇ ਸਨ ਜੀ। ਜੈ ਸ਼ਬ ਜਬ ਸ਼ਹਿਜ਼ਾਦਾ ਤਹ ਚਲੇ ਆਇਓ, ਇੱਧਰ ਸੁਣਦਿਆਂ ਸੁਣਾਉਂਦਿਆਂ ਰਾਹ ਗਲੀਆਂ ਦੇ ਵਿੱਚੋਂ ਭਟਕਦਾ ਹੋਇਆ ਖੁਸਰੋ ਇਹ ਜਹਾਂਗੀਰ ਦਾ ਵੱਡਾ ਸ਼ਹਿਜ਼ਾਦਾ ਇਸ ਇਲਾਕੇ ਦੇ ਵਿੱਚ ਜਦ ਪਹੁੰਚਿਆ ਹੈ। ਇਹਾਂ ਗੁਰੂ ਤੇ ਕਿਸੈ ਸੁਨਾਇਓ, ਤੇ ਕਿਸੇ ਨੇ ਦੱਸਣਾ ਕੀਤਾ ਕਿ ਇਹ ਗੁਰੂ ਕੇ ਅਸਥਾਨ ਨੇ, ਇਹ ਸਤਿਗੁਰਾਂ ਦਾ ਅਸਥਾਨ ਤੇ ਗੁਰੂ ਕੇ ਅਸਥਾਨ ਦੀ ਤੇ ਸਿਫਤ ਹੈ ਕਿ ਜਿਸ ਦਰ ਦੇ ਉੱਪਰ ਕਿਸੇ ਨੂੰ ਆਉਂਦਿਆਂ ਜਾਂਦਿਆਂ ਰੋਕਿਆ ਨਹੀਂ ਜਾਂਦਾ। ਕਬੀਰ ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਜਿਹੜੇ ਦਰ ਤੇ ਆਉਣ ਜਾਣ ਲੱਗਿਆ ਨਹੀਂ ਰੋਕਿਆ ਜਾਂਦਾ, ਨਾ ਜਾਤ ਵੇਖੀ ਜਾਂਦੀ ਕਿਸੇ ਦੀ, ਨਾ ਧਰਮ ਵੇਖਿਆ ਜਾਂਦਾ ਹੈ, ਨਾ ਅਮੀਰੀ ਨਾ ਗਰੀਬੀ। ਕੋਈ ਵੀ ਗੁਰੂ ਨਾਨਕ ਦੇ ਘਰ ਵਿੱਚ ਆ ਸਕਦਾ ਹੈ। ਬਸ ਇੰਨਾ ਕੁ ਧਿਆਨ ਸਿੱਖ ਧਰਮ ਵਿੱਚ ਵਿਵਰਜਿਤ ਨਸ਼ੇ ਵਰਗਾ ਕੋਈ ਪਦਾਰਥ ਉਹਦੇ ਕੋਲ ਨਾ ਹੋਵੇ ਤੇ ਸਿਰ ਉਹਨੇ ਢੱਕਿਆ ਹੋਵੇ, ਹੱਥ ਪੈਰ ਧੋ ਕੇ ਜਿਹੜਾ ਵੀ ਗੁਰੂ ਦਰਬਾਰ ਦੇ ਵਿੱਚ ਜਾਵੇ, ਜਿਹੜੀ ਮਰਿਆਦਾ ਹੈ। ਪਰ ਜਾਤ ਕਰਕੇ ਤੇ ਨਹੀਂ ਕਿਸੇ ਨੂੰ ਰੋਕਿਆ ਜਾਂਦਾ, ਧਰਮ ਕਰਕੇ ਤੇ ਨਹੀਂ ਕਿਸੇ ਨੂੰ ਰੋਕਿਆ ਜਾਂਦਾ। ਮਰਿਆਦਾ ਹੈ, ਇਸ ਢੰਗ ਦੇ ਨਾਲ ਜਾਣਾ ਹੈ, ਸਿਰ ਢੱਕ ਕੇ ਜਾਈਏ। ਕੋਈ ਨਸ਼ੇ ਵਾਲੀ ਚੀਜ਼ ਜਿਹੜੀ ਇਨਸਾਨੀਅਤ ਦੀ ਦੁਸ਼ਮਣ ਹੈ, ਨਸ਼ਾ, ਉਹ ਚੀਜ਼ ਲੈ ਕੇ ਨਾ ਜਾਈਏ। ਪਰ ਇਹ ਤਾਂ ਨਹੀਂ ਕਿਸੇ ਨੂੰ ਆਖਿਆ ਆ ਜਾਤ ਦਾ ਨਹੀਂ ਜਾ ਸਕਦਾ, ਆ ਧਰਮ ਦਾ ਨਹੀਂ ਜਾ ਸਕਦਾ। ਕਿਸੇ ਵੀ ਧਰਮ ਜਾਤ ਗੋਤ ਦਾ ਬੰਦਾ ਗੁਰਮਰਿਆਦਾ ਦਾ ਧਿਆਨ ਰੱਖ ਕੇ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੋ ਸਕਦਾ ਹੈ, ਦਰਸ਼ਨ ਦੀਦਾਰ ਕਰ ਸਕਦਾ ਹੈ। ਕਿਸੇ ਨੂੰ ਰੋਕ ਟੋਕ ਨਹੀਂ ਲਾਈ ਜਾਂਦੀ। ਇਹਨੂੰ ਪਤਾ ਲੱਗਾ ਹੈ ਗੁਰੂ ਘਰ ਦੇ ਸੁੰਦਰ ਅਸਥਾਨਾਂ ਬਾਰੇ, ਤਰਨ ਤਾਰਨ ਸਾਹਿਬ ਬਾਰੇ। ਮਿਲੋ ਇਨਹਿ ਦਰਸ਼ਨ ਕੈ ਆਸ਼ੇ, ਮਾਂ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ। ਇਹਦੇ ਮਨ ਦੇ ਵਿੱਚ ਨਾਲ ਦਿਆਂ ਰਾਹੀਂ ਭਾਵਨਾ ਜਾਗੀ ਹੈ ਕਿ ਗੁਰੂ ਨਾਨਕ ਦਾ ਘਰ ਹੈ ਬਹੁਤ ਵੱਡਾ। ਪੰਜਵੇਂ ਪਾਤਸ਼ਾਹ ਨੇ ਸੁੰਦਰ ਅਸਥਾਨ ਰਚੇ ਨੇ, ਜਾ ਕਰਕੇ ਉੱਥੇ ਦਰਸ਼ਨ ਕੀਤੇ ਜਾਣ। ਇੱਕ ਦੋ ਦਿਨ ਰਹਿ ਗਮਨੋ ਪਾਛੇ, ਇੱਕ ਦੋ ਦਿਨ ਤੱਕ ਉੱਥੇ ਰਹਿ ਕਰਕੇ ਮਗਰੋਂ ਫਿਰ ਉੱਥੋਂ ਕਿਤੇ ਹੋਰ ਅੱਗੇ ਚਲਾਣਾ ਕੀਤਾ ਜਾਵੇਗਾ। ਇਹ ਸੋਚ ਕਰਕੇ ਕਿ ਕੁਝ ਸਮਾਂ ਮੈਂ ਉੱਥੇ ਟਿਕ ਕੇ ਵਿਸ਼ਰਾਮ ਕਰ ਲਵਾਂ। ਇਮ ਸ਼ਹਿਜ਼ਾਦੇ ਹਿਰਦੇ ਵਿਚਾਰਾ, ਇਸ ਤਰ੍ਹਾਂ ਵਿਸ਼ਰਾਮ ਕਰਨ ਦਾ ਵਿਚਾਰ ਕਿ ਇੱਕ ਦੋ ਦਿਨ, ਕਿਉਂਕਿ ਬੜਾ ਭੱਜਦਾ ਹੀ ਆਇਆ ਹੈ, ਕਿਤੇ ਉਹ ਕਿਤੇ ਟਿਕਾ, ਕੋਈ ਪਿੰਡ ਵਿੱਚ ਨਹੀਂ ਕਿਸੇ ਨੂੰ ਥਾਂ ਮਿਲਿਆ, ਕਿਸੇ ਥਾਂ ਤੋਂ ਕੋਈ ਆਸਰਾ ਨਹੀਂ ਸੀ ਮਿਲਿਆ। ਤੇ ਸੱਚ ਜਾਣਿਓ, ਜਿਹਨੂੰ ਕਿਤਿਓਂ ਕੋਈ ਆਸਰਾ ਨਾ ਮਿਲੇ ਗੁਰਮੁਖੋ, ਫਿਰ ਉਹਨੂੰ ਗੁਰੂ ਨਾਨਕ ਦਾ ਘਰ ਨਿਰਾਸ਼ ਨਹੀਂ ਜੇ ਕਰਦਾ। ਇਹ ਦਰ ਹੈ ਹੀ ਨਿਆਸਰਿਆਂ ਦਾ ਆਸਰਾ। ਜਿਹਦਾ ਕੋਈ ਆਸਰਾ ਨਾ ਹੋਵੇ, ਜਿਹੜਾ ਕਿਸੇ ਥਾਂ ਤੋਂ ਕਿਤੇ ਟਿਕਾਣਾ ਨਾ ਮਿਲਿਆ ਹੋਵੇ, ਤੇ ਜਦੋਂ ਗੁਰੂ ਨਾਨਕ ਦੇ ਘਰ ਆ ਕੇ ਭਾਵਨਾ ਵਿੱਚ ਬਹਿ ਕੇ ਜਿਹੜਾ ਇਹ ਕਹਿ ਦੇ ਨਾ, ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਾਰੇ ਦਰ ਛੱਡ ਕੇ ਮਾਲਕਾ ਮੈਂ ਤੇਰੇ ਦਰ ਤੇ ਢਹਿ ਪਿਆ। ਤੇ ਜਿਹੜਾ ਦਰ ਤੇ ਢਹਿ ਪਏ ਨਾ, ਫਿਰ ਦਰ ਤੇ ਪਿਆਂ ਹੋਇਆਂ ਦੀ ਲਾਜ ਵੀ ਗੁਰੂ ਰੱਖਦਾ ਹੈ। ਇਹ ਗੁਰੂ ਐਸਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਗੁਰੂ ਨਾਨਕ ਦੇ ਘਰ ਦਾ ਬਿਰਧ ਹੈ, ਸ਼ਰਨ ਆਇਆਂ ਦੀ ਲਾਜ ਰੱਖਣੀ, ਨਿਆਸਰਿਆਂ ਨੂੰ ਆਸਰਾ ਦੇਣਾ। ਇਹੀ ਤੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਤੇ ਬਿਰਧ ਹੈ। ਜਿਹਨੂੰ ਕਿਤਿਓਂ ਆਸਰਾ ਨਹੀਂ ਮਿਲਦਾ, ਫਿਰ ਉਹ ਗੁਰੂ ਨਾਨਕ ਦੇ ਘਰ ਤੋਂ ਨਿਆਸਰਾ ਨਹੀਂ ਜੇ ਕਿਤੇ ਜਾਂਦਾ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਆਸਰਾ ਤੱਕਦਾ ਹੈ ਕਿ ਇੱਕ ਦੋ ਦਿਨ ਤੱਕ ਇੱਥੇ ਟਿਕ ਜਾਵਾਂ। ਉਤਰ ਪਰਿਓ ਡੇਰੋ ਨਿਰਧਾਰਾ, ਇਸ ਤਰੀਕੇ ਦੇ ਨਾਲ ਉਹ ਤਰਨ ਤਾਰਨ ਸਾਹਿਬ ਦੇ ਅਸਥਾਨ ਤੇ ਆ ਕਰਕੇ ਉੱਥੇ ਆ ਕੇ ਆਪਣਾ ਡੇਰਾ ਕਰਦਾ ਹੈ।
ਤੇ ਇਹ ਆਸਰਾ ਤੱਕਦਾ ਹੈ ਗੁਰੂ ਨਾਨਕ ਦੇ ਘਰ ਦਾ। ਇਸ ਨਿਸ ਮਹਿ ਕਰ ਕੈ ਬਿਸਰਾਮੂ, ਨੇੜੇ ਹੀ ਸੁੰਦਰ ਅਸਥਾਨਾਂ ਦੇ ਉਹਨੇ ਆਪਣਾ ਰਾਤ ਦੇ ਸਮੇਂ ਵਿਸ਼ਰਾਮ ਕੀਤਾ ਹੈ। ਭਈ ਪ੍ਰਾਤ ਸੁਨ ਸਤਿਗੁਰ ਨਾਮੋ, ਉਧਰ ਸਵੇਰ ਹੋਈ ਹੈ, ਇਹਨੂੰ ਪਤਾ ਲੱਗਾ ਗੁਰੂ ਅਰਜਨ ਸਾਹਿਬ ਦੀ ਵਡਿਆਈ, ਗੁਰੂ ਨਾਨਕ ਦੇ ਘਰ ਦੀ ਸਿਫਤ ਪ੍ਰਸਿੱਧੀ ਸੀ ਸਾਰੇ ਪਾਸੇ ਜਗਤ ਵਿੱਚ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਤੇ ਸਤਿਗੁਰੂ ਦੀਆਂ ਵਡਿਆਈਆਂ ਸੁਣ ਕੇ ਇਹਦਾ ਧਿਆਨ ਗੁਰੂ ਘਰ ਵੱਲ ਜਾਣ ਲਈ ਮਚਲ ਉੱਠਿਆ ਹੈ। ਮਿਲਿਓ ਆਨ ਕਰ ਬੰਦੇ ਹਾਥਾ, ਸਤਿਗੁਰੂ ਪਾਤਸ਼ਾਹ ਦੀ ਸਿਫਤ ਸੁਣ ਕੇ ਮਾਂ ਕਵੀ ਜੀ ਕਹਿੰਦੇ ਫਿਰ ਸਤਿਗੁਰਾਂ ਦੇ ਦਰਸ਼ਨ ਕੀਤੇ, ਹੱਥ ਜੋੜ ਕੇ ਨਮਸਕਾਰ ਕੀਤੀ ਹੈ। ਲਖ ਮਹਿਮਾ ਨਮਰੇ ਕਰ ਮਾਥਾ, ਕਿਉਂਕਿ ਇਹ ਵਡਿਆਈ ਸੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਜਾਣ ਕੇ, ਕਿਉਂਕਿ ਕਦੀ ਇਹਦਾ ਦਾਦਾ ਅਕਬਰ ਉਹ ਵੀ ਗੁਰੂ ਘਰ ਆ ਕੇ ਨਤਮਸਤਕ ਹੋ ਕੇ ਅਸੀਸਾਂ ਲੈ ਚੁੱਕਿਆ ਹੈ। ਬਾਬਰ ਵਰਗੇ ਝੁਕਦੇ ਰਹੇ, ਹਮਾਯੂ ਵਰਗਿਆਂ ਨੇ ਝੁਕਣਾ ਕੀਤਾ ਸੀ, ਭਾਵੇਂ ਆਕੜ ਕੇ ਆਏ ਹੈ, ਪਰ ਗੁਰੂ ਸਾਹਿਬ ਦੇ ਬਚਨ ਸੁਣ ਕਰਕੇ ਉਹਨਾਂ ਨੂੰ ਵੀ ਝੁਕਣਾ ਪਿਆ। ਆਖਰਕਾਰ ਅੱਜ ਆਪ ਆ ਕੇ ਖੁਸਰੋ ਗੁਰੂ ਚਰਨਾਂ ਵਿੱਚ ਨਮਸਕਾਰ ਹੁੰਦਾ ਹੈ। ਬੁਝਿਓ ਸਗਰੋ ਤਾਹੇ ਬਿਰਤਾਂਤ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਇਹਦੇ ਹਾਲਾਤ ਬਾਰੇ ਜਾਣਨਾ ਕੀਤਾ ਹੈ। ਬਣਿਓ ਤਾਹੇ ਬੀਤਾ ਜਿਸ ਭਾਂਤ, ਇਹਨੇ ਜੋ ਕੁਝ ਇਹਦੇ ਨਾਲ ਬੀਤੀ ਸੀ ਕਿਤੇੋਂ ਆਸਰਾ ਨਹੀਂ ਮਿਲਿਆ, ਬੜਾ ਪਰੇਸ਼ਾਨ ਦੁਖੀ ਅਵਸਥਾ ਵਿੱਚ ਹੈ, ਖਾਣ ਤੋਂ ਵੀ ਭਾਵ ਭੋਜਨ ਪ੍ਰਸ਼ਾਦੇ ਤੋਂ ਵੀ ਆਤੁਰ ਹੋਇਆ ਪਿਆ ਸੀ। ਇਹ ਹਾਲਾਤ ਬਣ ਚੁੱਕੇ ਸਨ। ਇਹਨੇ ਸਾਰੀ ਵਾਰਤਾ ਦੱਸੀ ਹੈ। ਸ਼ਾਹ ਰੋਸ ਬਹੁ ਮੋਹ ਪਰ ਕੀਨੋ, ਕਿ ਬਾਦਸ਼ਾਹ ਨੇ ਮੇਰੇ ਤੇ ਬਹੁਤ ਰੋਸ ਕੀਤਾ ਹੈ, ਬਹੁਤ ਕ੍ਰੋਧ ਧਾਰਨ ਕਰਕੇ ਬਾਦਸ਼ਾਹ ਮੇਰੇ ਨਾਲ ਬਹੁਤ ਮਨ ਦੇ ਵਿੱਚ ਗੁੱਸਾ ਕਰਕੇ ਮੇਰੇ ਖਿਲਾਫ ਹੋਇਆ ਹੈ। ਦੇਸ਼ ਨਿਕਾਰਾ ਕਹਿ ਕਰ ਦੀਨੋ, ਤੇ ਮੈਨੂੰ ਦੇਸ਼ ਚੋਂ ਨਿਕਾਲਾ ਦੇ ਦਿੱਤਾ ਹੈ, ਇਸ ਕਰਕੇ ਮੈਂ ਬਾਗੀ ਹੋ ਕੇ ਚੱਲਿਆ ਹਾਂ। ਪਸ਼ਚਿਮ ਦਿਸ ਕੋ ਮੈਂ ਚਲ ਜਾਵਾਂ, ਕਿ ਪੱਛਮ ਦੀ ਦਿਸ਼ਾ ਵਾਲੇ ਪਾਸੇ ਮੈਂ ਅੱਗੇ ਚੱਲ ਕੇ ਜਾਣਾ ਚਾਹੁੰਦਾ ਹਾਂ। ਸ੍ਰੀ ਗੁਰੂ ਜੀ ਤਤ ਬੈਸ ਬਿਤਾਵੋ, ਫਿਰ ਉਧਰਲੇ ਇਲਾਕੇ ਵਿੱਚ ਜਾ ਕੇ ਬਾਕੀ ਸਮਾਂ ਮੈਂ ਆਪਣਾ ਬਤੀਤ ਕਰਾਂਗਾ। ਇਹਦੇ ਮਨ ਵਿੱਚ ਵੈਸੇ ਲਾਹੌਰ ਦੇ ਵਿੱਚ ਜਾ ਕੇ ਕਿਲੇ ਤੇ ਕਾਬਜ ਹੋ ਕੇ ਆਪਣਾ ਰਾਜ ਭਾਗ ਪ੍ਰਾਪਤ ਕਰਨ ਦੀ ਇੱਛਾ, ਪਰ ਜਿਵੇਂ ਇਸ ਨੇ ਦੱਸਿਆ ਹੈ ਕਿ ਮੈਂ ਪੱਛਮ ਵਾਲੇ ਪਾਸੇ ਅੱਗੇ ਵੱਧ ਕੇ ਆਪਣੀ ਬਾਕੀ ਉਮਰ ਉਧਰ ਬਤੀਤ ਕਰਨਾ ਚਾਹੁੰਦਾ ਹਾਂ। ਭਣਤ ਬਿਨੈ ਅਦਕਾਏ ਅਧੀਨ, ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਬੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕ ਗਿਆ ਹੈ, ਬੜਾ ਅਧੀਨ ਹੋ ਗਿਆ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਪਣੋ ਕਸ਼ਟ ਨਿਵੇਦਨ ਕੀਨ, ਹੱਥ ਜੋੜ ਕੇ ਬੇਨਤੀ ਕਰਕੇ ਸਤਿਗੁਰਾਂ ਨੂੰ ਆਪਣਾ ਕਸ਼ਟ ਦੱਸਿਆ ਹੈ, ਦੁੱਖ ਦੱਸਿਆ ਹੈ। ਤੇ ਗੁਰੂ ਨਾਨਕ ਦਾ ਘਰ ਤੇ ਕਿਸੇ ਦਾ ਵੀ ਦੁੱਖ ਵੇਖ ਕੇ ਉਹਨੂੰ ਆਪਣਾ ਦੁੱਖ ਬਣਾ ਲੈਂਦਾ। ਕੋਈ ਵੀ ਆ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ, ਇਹ ਸਤਿਗੁਰੂ ਤੇ ਹੈ ਹੀ ਐਸਾ ਦਰ ਹੈ ਜਿਹੜਾ ਦੁੱਖਾਂ ਦਾ ਨਾਸ਼ ਕਰਕੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲਾ ਹੈ। ਖਰਚ ਗਇਓ ਥੁਰ ਪਾਸ ਨਾ ਪੈਸਾ, ਸਾਰਾ ਧਨ ਇਹਦਾ ਖਰਚਿਆ ਜਾ ਚੁੱਕਿਆ ਸੀ, ਕੋਈ ਧਨ ਪਦਾਰਥ ਵੀ ਇਹਦੇ ਕੋਲ ਨਹੀਂ ਸੀ। ਜਿਨ ਪ੍ਰਤ ਸ਼ੁੱਧਤ ਰੰਕ ਹੋਇਆ ਜੈਸਾ, ਜਿਵੇਂ ਕੋਈ ਗਰੀਬ ਬੰਦੇ ਦੀ ਹਾਲਤ ਹੋਵੇ, ਭੁੱਖਾ ਹੋਵੇ ਕਈ ਦਿਨਾਂ ਦਾ, ਇਹੋ ਜੀ ਹਾਲਤ ਖੁਸਰੋ ਦੀ ਹੋਈ ਪਈ ਸੀ। ਨੀਠ ਨੀਠ ਤੇ ਖਰਚ ਚਲਾਵੋ, ਬੜੀ ਮੁਸ਼ਕਲ ਦੇ ਨਾਲ ਬੜਾ ਔਖਾ ਹੋ ਕੇ ਮੈਂ ਕਹਿੰਦੇ ਖਰਚ ਚਲਾ ਰਿਹਾ ਹਾਂ। ਬੇਜ ਵਿਭੂਖਣ ਨਰਨ ਖੁਲਾਵੋ, ਕਹਿੰਦੇ ਇਹ ਹਾਲਾਤ ਮੇਰੀ ਬਣ ਗਈ ਹੈ ਕਿ ਜਿਹੜੇ ਗਹਿਣੇ ਆਦਿਕ ਪਦਾਰਥ ਸੀ ਉਹ ਵੀ ਮੈਂ ਸਾਰੇ ਖਰਚ ਕੇ ਆਪਣੇ ਸਾਥੀਆਂ ਨੂੰ ਭੋਜਨ ਪ੍ਰਸ਼ਾਦਾ ਛਕਾ ਰਿਹਾ ਹਾਂ, ਭਾਵ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰ ਰਿਹਾ ਹਾਂ। ਇੰਨੇ ਹਾਲਤ ਮਾੜੇ ਹੋ ਗਏ ਹਨ। ਅਪਰਪਾਤ ਸ਼ਾਹਿਤ ਮੈਂ ਜਾਵੋ, ਤੇ ਦੂਸਰੇ ਪਾਸੇ ਜਿਹੜਾ ਬਾਦਸ਼ਾਹ ਹੈ ਉਹ ਵੀ ਮੇਰੇ ਖਿਲਾਫ ਹੈ। ਜੇ ਬਾਦਸ਼ਾਹ ਮੇਰੇ ਹਿੱਤ ਵਿੱਚ ਹੁੰਦਾ ਤੇ ਫਿਰ ਤਾਂ ਕਹਿੰਦੇ ਸਾਰੇ ਕਾਰਜ ਚੱਲਦੇ, ਪਰ ਜਿਹੜਾ ਬਾਦਸ਼ਾਹ ਹੈ ਮੇਰਾ ਜਿਹੜਾ ਪਿਤਾ ਜਹਾਂਗੀਰ ਮੇਰੇ ਖਿਲਾਫ, ਇਸ ਕਰਕੇ ਮੈਂ ਕਿਸੇ ਹੋਰ ਬਾਦਸ਼ਾਹ ਦੇ ਕੋਲ ਜਾਣਾ ਚਾਹੁੰਦਾ ਹਾਂ ਜਿਹੜਾ ਮੈਨੂੰ ਆਸਰਾ ਦੇ ਦਵੇ। ਮਾਫਕ ਗੁਜਰ ਤਹਾਂ ਧਨ ਪਾਵੋ, ਫਿਰ ਉੱਥੇ ਜਾ ਕੇ ਗੁਜ਼ਾਰੇ ਲੈ ਕੇ ਧਨ ਲੈ ਕੇ ਮੈਂ ਆਪਣੀ ਜ਼ਿੰਦਗੀ ਬਸਤੀਤ ਕਰਾਂਗਾ। ਇਤਿਆਦਿਕ ਜਬ ਬਿਨਾ ਬਖਾਨੀ, ਇਹਨੇ ਨਿਮਾਣਾ ਜਿਹਾ ਹੋ ਕੇ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਏਦਾਂ ਬੇਨਤੀ ਕੀਤੀ। ਸੁਣ ਸ੍ਰੀ ਅਰਜੁਨ ਕਰਨਾ ਠਾਨੀ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਹੈ ਹੀ ਦਇਆ ਦੇ ਘਰ, ਤੇ ਧਰਮ ਦਾ ਜਨਮ ਵੀ ਸਾਧ ਸੰਗਤ ਦਇਆ ਵਿੱਚੋਂ ਹੁੰਦਾ ਹੈ। ਧੌਲ ਧਰਮ ਦਇਆ ਕਾ ਪੁੱਤ, ਜਿਹਦੇ ਅੰਦਰ ਦਇਆ ਨਹੀਂ ਹੈ ਉਹ ਧਰਮ ਨਹੀਂ ਉਹਦੇ ਅੰਦਰ ਹੋ ਸਕਦਾ। ਕਿਸੇ ਰੋਂਦੇ ਨੂੰ ਵੇਖ ਕੇ ਜੇ ਹਿਰਦਾ ਵਿਆਕੁਲ ਨਹੀਂ ਹੋਇਆ, ਕਿਸੇ ਦੁਖੀ ਨੂੰ ਵੇਖ ਕਰਕੇ ਮਨ ਵਿੱਚ ਉਹਦੇ ਪ੍ਰਤੀ ਸਹਾਨੂਭੂਤੀ, ਉਹਦੇ ਪ੍ਰਤੀ ਹਮਦਰਦੀ ਨਹੀਂ ਪੈਦਾ ਹੋਈ, ਤੇ ਸੱਚ ਜਾਣਿਓ ਕਿਸੇ ਭੁੱਖੇ ਨੂੰ ਵੇਖ ਕਰਕੇ
ਉਹਦੀ ਭੁੱਖ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ। ਕਾਹਦੇ ਅਸੀਂ ਧਰਮੀ ਆ। ਇਹ ਗੁਰੂ ਨਾਨਕ ਦਾ ਘਰ ਕਿਸੇ ਭੁੱਖੇ ਦਾ ਦੁੱਖ ਨਹੀਂ ਜੇ ਵੇਖ ਸਕਦਾ, ਕਿਸੇ ਪਿਆਸੇ ਦੀ ਪਿਆਸ ਵੇਖ ਕੇ ਤੜਫਦਿਆਂ ਨਹੀਂ ਛੱਡ ਸਕਦਾ। ਇਹ ਆਪਣੇ ਕੋਲੋਂ ਜੋ ਕੁਝ ਵੀ ਹੈ ਉੱਥੇ ਉਹਨਾਂ ਤੇ ਨਿਸ਼ਾਵਰ ਕਰ ਦਿੰਦਾ। ਇਹਦਾ ਦੁੱਖ ਨਹੀਂ ਸੀ ਵੇਖਿਆ ਗਿਆ। ਸਤਿਗੁਰੂ ਪਾਤਸ਼ਾਹ ਕਰੁਣਾ ਦੇ ਘਰ ਜਦੋਂ ਇਹਨੂੰ ਵੇਖਦੇ ਹਨ, ਨਿਜ ਢਿਗ ਦਿਨ ਕੇਤਕ ਸੋ ਰਾਖਿਓ। ਆਪਣੇ ਕੋਲ ਸਤਿਗੁਰੂ ਪਾਤਸ਼ਾਹ ਨੇ ਕੁਝ ਦਿਨ ਵਾਸਤੇ ਸ਼ਰਨ ਦਿੱਤੀ ਹੈ। ਦੇਤ ਅਸਨਹਿਤ ਧਨ ਜੋ ਕਾਂਖਿਓ। ਫਿਰ ਇਹਨੂੰ ਜਿੱਥੇ ਭੋਜਨ ਪ੍ਰਸ਼ਾਦਾ ਛਕਿਆ ਹੈ, ਭੋਜਨ ਪ੍ਰਸ਼ਾਦੇ ਦਾ ਜਿੰਨੇ ਕੁ ਦਿਨ ਇਹਨੇ ਅੱਗੇ ਜਾਣਾ ਹੈ ਉਸ ਵਾਸਤੇ ਤਾਂ ਰਸਤੇ ਦੇ ਖਰਚ ਵਾਸਤੇ ਵੀ ਪਦਾਰਥ ਦਿੱਤੇ ਹਨ। ਜਬੈ ਚਲਨ ਕਹੋ ਤਿਨ ਮਨ ਕੀਨਾ। ਜਦੋਂ ਇਹ ਚੱਲਣ ਲੱਗਾ ਹੈ, ਜਾਣ ਵਾਸਤੇ ਇਹਨੇ ਯਤਨ ਕੀਤਾ ਹੈ। ਪੰਜ ਸਹਸਰ ਗੁਰੂ ਧਨ ਦੀਨਾ। ਸਤਿਗੁਰੂ ਪਾਤਸ਼ਾਹ ਜੀ ਨੇ, ਕਵੀ ਜੀ ਨੇ ਲਿਖਿਆ 500 ਰੁਪਏ ਦੇ ਕਰੀਬ ਧਨ ਦਿੱਤਾ। ਜਿਹੜਾ ਭਾਵ ਅਸਲ ਦੇ ਵਿੱਚ ਇਹ ਚੰਦੂ ਦੇ ਦੋਸ਼ਾਂ ਦੇ ਵਿੱਚੋਂ ਹੀ ਸੀਗਾ। ਮੁੱਖ ਤੌਰ ਤੇ ਬਹੁਤੇ ਇਤਿਹਾਸਕਾਰਾਂ ਨੇ ਕੇਵਲ ਪ੍ਰਸ਼ਾਦੇ ਦਾ ਜ਼ਿਕਰ ਕੀਤਾ। ਇਹ ਦੋਸ਼ ਕਿਉਂਕਿ ਬਣਾ ਕਰਕੇ ਵਧਾ ਕਰਕੇ ਵੀ ਲਾਏ ਜਾਂਦੇ, ਇਸ ਕਰਕੇ ਇਹ ਗੱਲਾਂ ਚੱਲਦੀਆਂ ਨੇ। ਕਿਉਂਕਿ ਸਤਿਗੁਰੂ ਦਾ ਦਰ ਹੈ, ਇਹ ਘਰ ਹੈ। ਜਿਹੜਾ ਲੋੜਵੰਦ ਆ ਜੇ ਉੱਥੇ ਇਹ ਤੇ ਨਹੀਂ ਵੇਖਣਾ ਕਿ ਪੰਗਤ ਵਿੱਚ ਕੌਣ ਬੈਠਾ ਹੈ। ਜਿਹੜਾ ਜਿਹਨੂੰ ਭੁੱਖ ਲੱਗੀ ਹੈ, ਹਰ ਕੋਈ ਬਿਨਾਂ ਜਾਤ ਗੋਤ ਵਿਤਕਰੇ ਦੇ ਕੋਈ ਵੀ ਆ ਕੇ ਬੈਠ ਜੇ ਪ੍ਰਸ਼ਾਦਾ ਛਕਦਾ। ਇਹ ਬਾਬੇ ਨਾਨਕ ਦਾ ਘਰ ਜੋ ਹੈ ਇਹ ਗੁਰੂ ਕਾ ਲੰਗਰ ਹੈ। ਇਸ ਕਰਕੇ ਉਸ ਲੰਗਰ ਵਾਸਤੇ, ਉਹਦੀ ਲੋੜ ਵਾਸਤੇ ਜਿੰਨੀ ਕੁ ਲੋੜ ਸੀ ਸਤਿਗੁਰਾਂ ਉਹ ਪੂਰੀ ਕੀਤੀ ਹੈ। ਏ ਕਰ ਨਮੋ ਠਾਣ ਸ਼ਹਿਜ਼ਾਦਾ। ਇਸ ਤਰ੍ਹਾਂ ਸਤਿਗੁਰੂ ਦੇ ਘਰੋਂ ਆਸਰਾ ਲੈ ਕੇ ਨਮਸਕਾਰ ਕਰਕੇ ਤਰਨਤਾਰਨ ਸਾਹਿਬ ਦੇ ਅਸਥਾਨਾਂ ਤੇ ਇਹ ਖੁਸਰੋ ਬਾਦਸ਼ਾਹ ਫਿਰ ਅੱਗੇ ਚੱਲਣ ਦੀ ਤਿਆਰੀ ਕਰਦਾ ਹੈ। ਗਮਨਿਓ ਪਸ਼ਚਮ ਦਿਸ਼ ਅਹਲਾਦਾ। ਇਸ ਤਰ੍ਹਾਂ ਇਹ ਅਗਲੇ ਪਾਸੇ ਪੱਛਮ ਦਿਸ਼ਾ ਵਾਲੇ ਪਾਸੇ ਫਿਰ ਅੱਗੇ ਬੜੀ ਖੁਸ਼ੀ ਨਾਲ ਵੱਧ ਗਿਆ ਹੈ, ਕਿਉਂਕਿ ਇਹਨੂੰ ਆਸਰਾ ਮਿਲ ਗਿਆ ਹੈ, ਸਾਥੀਆਂ ਨੂੰ ਭੋਜਨ ਮਿਲ ਗਿਆ, ਇਹਨੂੰ ਕੁਝ ਸਮੇਂ ਦੇ ਵਾਸਤੇ ਟਿਕਾ ਮਿਲ ਗਿਆ ਸੀ। ਜਿਸ ਦਿਨ ਲੇਤਨ ਕੀਨ ਪਿਆਣ। ਇੱਧਰ ਜਦੋਂ ਇਹ ਗੁਰੂ ਘਰ ਤੋਂ ਲੰਗਰ ਪ੍ਰਸ਼ਾਦਾ ਛਕ ਕਰਕੇ ਇਹਨੇ ਅੱਗੇ ਪਿਆਨਾ ਕੀਤਾ ਜੀ। ਨਰ ਚੰਦੂ ਕੋ ਇੱਕ ਤਿਸ ਥਾਨ। ਇੱਕ ਚੰਦੂ ਪਾਪੀ ਦਾ ਕੋਈ ਇਹੋ ਜਿਹਾ ਮਨੁੱਖ ਸੀ ਜਿਹੜਾ ਚੰਦੂ ਨੂੰ ਸਾਰੇ ਭੇਤ ਦੱਸਦਾ। ਉਹ ਵੀ ਉਸ ਮੌਕੇ ਉਸ ਥਾਂ ਤੇ ਨਗਰ ਦੇ ਵਿੱਚ ਹਾਜ਼ਰ ਸੀ। ਸਕਲ ਵਾਰਤਾ ਸੁਣ ਕਰ ਗਇਓ। ਸਾਰੀ ਵਾਰਤਾ ਉਹਨੇ ਅੱਖੀਂ ਵੇਖ ਲਈ। ਕੁਝ ਆਪਣੇ ਕੋਲੋਂ ਬਣਾ ਕੇ ਵੀ ਪੇਸ਼ ਕੀਤੀ ਹੋ ਸਕਦੀ ਹੈ, ਪਰ ਉਹਨੇ ਜੋ ਕੁਝ ਵੇਖਿਆ ਕਿ ਗੁਰੂ ਘਰ ਦੇ ਵਿੱਚ ਇਦਾਂ ਆਸਰਾ ਮਿਲਿਆ ਹੈ ਇਹ ਖੁਸਰੋ ਨੂੰ, ਇਹ ਸਾਰੀ ਗੱਲਬਾਤ ਜਦੋਂ ਉਹਨੇ ਜਾਣੀ ਹੈ, ਚੰਦੂ ਨਿਕਟ ਸੁਨਾਵਤ ਭਇਓ। ਤੇ ਜਾ ਕਰਕੇ ਚੰਦੂ ਦੀਵਾਨ ਪਾਪੀ ਦੇ ਕੋਲ ਜਾ ਕੇ ਉਸ ਮਨੁੱਖ ਨੇ ਸਾਰੀ ਘਟਨਾ ਦੀ ਖਬਰ ਜਿਹੜੀ ਸੀ ਜਾ ਕੇ ਦੱਸਣੀ ਕੀਤੀ ਹੈ। ਕਰਹਿ ਚਤੁਰਤਾ ਗੁਰ ਕੇ ਸਾਥ। ਤੇ ਇੱਧਰ ਜਿਹੜਾ ਪਾਪੀ ਗੁਰੂ ਪਾਤਸ਼ਾਹ ਦੇ ਨਾਲ ਵੈਰ ਪਾਲ ਕੇ ਬੈਠਾ ਸੀ, ਹਰ ਵਕਤ ਸ਼ਤਰੁਤਾ ਰੱਖਦਾ ਸੀ, ਦੁਸ਼ਮਣੀ ਬਣਾ ਕੇ ਹਰ ਵਕਤ ਸਾਜ਼ਿਸ਼ਾਂ ਘੜਦਾ ਸੀ। ਜਰਬਰ ਭਇਓ ਮਲਤ ਜੁਗ ਹਾਥ। ਆਪਣੇ ਹੱਥ ਮਲਦਾ ਈਰਖਾ ਦੀ ਅੱਗ ਵਿੱਚ ਸੜਦਾ ਹੋਇਆ ਬੜੇ ਗੁੱਸੇ ਦੇ ਵਿੱਚ, ਤੇ ਇਹਨੂੰ ਮਾਨੋ ਮੌਕਾ ਮਿਲ ਗਿਆ ਹੈ। ਆਹੋ ਸ਼ਾਹ ਢਿਗ ਛਿਦਰ ਸੁਪਾਇਓ। ਕਹਿਣ ਲੱਗਾ ਹੁਣ ਤੇ ਸਾਰੀ ਖਬਰ ਮੈਂ ਬਾਦਸ਼ਾਹ ਨੂੰ ਜਾ ਕੇ ਦੱਸਾਂਗਾ। ਜਿਵੇਂ ਜਹਾਜ਼ ਦੇ ਵਿੱਚ ਕੋਈ ਛੇਕ ਲੱਭ ਗਿਆ ਹੋਵੇ ਤੇ ਜਹਾਜ਼ ਨੂੰ ਡੋਬਣ ਦਾ ਕੋਈ ਯਤਨ ਕਰਦਾ ਹੋਵੇ, ਇਸ ਤਰ੍ਹਾਂ ਦਾ ਛੇਦ ਮਾਨੂੰ ਇਹਨੂੰ ਲੱਭ ਗਿਆ ਹੋਵੇ ਤੇ ਇਹ ਬਾਦਸ਼ਾਹ ਦੇ ਕੋਲ ਜਾ ਕਰਕੇ ਹੁਣ ਕੰਨ ਭਰਨ ਦਾ ਯਤਨ ਕਰਨ ਵਾਸਤੇ ਕਹਿੰਦਾ ਮੈਂ ਹੁਣ ਪੂਰੀ ਤਰੀਕੇ ਨਾਲ ਬਾਦਸ਼ਾਹ ਨੂੰ ਖਬਰ ਦੱਸਾਂਗਾ। ਰਿਸਹਿ ਹਿਰਦੇ ਹੋਏ ਮੁਰ ਮਨ ਭਾਇਓ। ਇਸ ਤਰੀਕੇ ਦੇ ਨਾਲ ਜੇ ਬਾਦਸ਼ਾਹ ਸਾਰੀ ਗੱਲ ਜਾਣੇਗਾ, ਕ੍ਰੋਧ ਕਰਕੇ ਮੇਰੇ ਵਿੱਚ ਮਨ ਦੀ ਭੌਂਦੀ ਕਰੇਗਾ, ਭਾਵ ਜੋ ਮੈਂ ਚਾਹੁੰਦਾ ਬਾਦਸ਼ਾਹ ਉਵੇਂ ਕਰੇਗਾ, ਕਿਉਂਕਿ ਬਾਦਸ਼ਾਹ ਤੇ ਅੱਗੇ ਆਪਣੇ ਪੁੱਤਰ ਦੇ ਪ੍ਰਤੀ ਬੜੇ ਗੁੱਸੇ ਵਿੱਚ ਹੈ। ਤੇ ਜਦੋਂ ਉਹਨੂੰ ਖਬਰ ਮਿਲੀ ਕਿ ਕਿਸੇ ਨੇ ਉਹਨੇ ਸਹਾਇਤਾ ਕੀਤੀ ਹੈ ਤੇ ਉਹ ਹੋਰ ਗੁੱਸੇ ਦੇ ਵਿੱਚ ਆ ਜਾਏਗਾ ਤੇ ਮੇਰੇ ਮਨ ਭੌਂਦੀ ਜਿਹੜੀ ਹੈ ਬਾਦਸ਼ਾਹ ਫਿਰ ਕਰ ਦਵੇਗਾ। ਮੈਂ ਕਰ ਰਹਿਓ ਉਪਾਓ ਕਨੇਰਾ। ਮੈਂ ਬੜੇ ਯਤਨ ਕੀਤੇ ਸਨ, ਇਸ ਤੋਂ ਪਹਿਲਾਂ ਮੈਂ ਆਪਣੇ ਯਤਨਾਂ ਵਿੱਚ ਕਾਮਯਾਬ ਨਾ ਹੋਇਆ। ਨਹੀਂ ਵਿਗਾੜ ਸਕਿਓ ਗੁਰ ਕੇਰਾ। ਚੰਦੂ ਪਾਪੀ ਕਹਿੰਦਾ ਮੈਂ ਪਹਿਲਾਂ ਗੁਰੂ ਦਾ ਕੁਝ ਵਿਗਾੜ ਨਹੀਂ ਸੀ ਸਕਿਆ। ਸੋ ਫਕੀਰ ਮੈਂ ਸ਼ਾਹੋ ਦੀਵਾਨ। ਇੱਕ ਪਾਸੇ ਉਹ ਫਕੀਰ, ਮੈਂ ਵੱਡਾ ਸ਼ਾਹ ਦੀਵਾਨ, ਏਡਾ ਵੱਡਾ ਮੇਰਾ ਅਹੁਦਾ। ਅਬ ਲਗ ਸਮਕੈ ਰਹਿਓ ਮਹਾਨ। ਕਹਿੰਦੇ ਅਜੇ ਤੱਕ ਮੈਂ ਵੱਡਾ ਸੀ, ਪਰ ਪਿਛਲੇ ਸਮੇਂ ਦੇ ਵਿੱਚ ਗੁਰੂ ਦੀ ਵਡਿਆਈ ਜ਼ਿਆਦਾ ਹੋ ਰਹੀ ਸੀ, ਪਰ ਮੇਰੀ ਉਹਦੇ ਸਾਹਮਣੇ ਕੋਈ ਪੇਸ਼ ਨਹੀਂ ਸੀ ਜਾਂਦੀ। ਸ਼ਤਰੂ ਸਮ ਸਹਿਜਾਦਾ ਸੋਏ। ਪਰ ਇੱਧਰ ਬਾਦਸ਼ਾਹ ਦਾ ਜਿਹੜਾ ਪੁੱਤਰ ਹੈ, ਬਾਦਸ਼ਾਹ ਦੇ ਨਾਲ ਵੈਰ ਕਮਾ ਰਿਹਾ, ਭਾਵ ਉਹ ਬਾਦਸ਼ਾਹ ਉਹਨੂੰ ਦੁਸ਼ਮਣ ਸਮਝਦਾ ਹੈ
ਕਿ ਉਹ ਇਹੋ ਜਿਹਾ ਸ਼ਹਿਜ਼ਾਦਾ ਖੁਸਰੋ ਇਹ ਬਾਦਸ਼ਾਹ ਦਾ ਦੁਸ਼ਮਣ ਬਣ ਬੈਠਾ ਹੈ ਇਹ ਤਨ ਦੀਨ ਸਖਾ ਜਿਮ ਹੋਏ ਤੇ ਗੁਰੂ ਜੀ ਨੇ ਉਹਨੂੰ ਧਨ ਦਿੱਤਾ ਹੈ, ਭਾਵ ਉਹਦੀ ਮਦਦ ਕੀਤੀ ਹੈ। ਇਹ ਜਿਵੇਂ ਮਿੱਤਰਾਂ ਦੀ ਮਦਦ ਕੀਤੀ ਜਾਂਦੀ ਹੈ, ਇਸ ਤਰੀਕੇ ਦੀ ਖਬਰ ਮੈਨੂੰ ਕਹਿੰਦਾ ਪਤਾ ਲੱਗੀ ਹੈ ਤੇ ਇਹ ਕਾਰਜ ਗੁਰੂ ਸਾਹਿਬ ਨੇ ਕੀਤਾ ਹੈ। ਨਿਜ ਡਿਗ ਰਾਖਿਓ ਤਰਾਸ ਨ ਮਾਨਾ ਉਹਨਾਂ ਨੇ ਆਪਣੇ ਕੋਲ ਰੱਖਿਆ ਖੁਸਰੋ ਨੂੰ, ਜਿਹੜਾ ਬਾਦਸ਼ਾਹ ਦਾ ਦੁਸ਼ਮਣ ਹੋਵੇ ਤੇ ਬਾਦਸ਼ਾਹ ਦੇ ਦੁਸ਼ਮਣ ਨੂੰ ਆਪਣੇ ਕੋਲ ਰੱਖਣਾ ਇਹ ਬਾਦਸ਼ਾਹ ਨਾਲ ਦੁਸ਼ਮਣੀ ਪਾਲਣ ਤੁਲ ਹੈ। ਬਾਦਸ਼ਾਹ ਦਾ ਬਿਲਕੁਲ ਡਰ ਉਹਨਾਂ ਨੇ ਨਹੀਂ ਮੰਨਿਆ ਹੈ। ਵਿਸ਼ੇ ਸ਼ਾਹ ਜਬ ਸੁਨਹਿ ਕਾਨਾ ਤੇ ਜਦੋਂ ਬਾਦਸ਼ਾਹ ਮੇਰੇ ਵੱਲੋਂ ਇਹ ਗੱਲ ਸੁਣੇਗਾ ਤੇ ਬਾਦਸ਼ਾਹ ਗੁੱਸੇ ਦੇ ਵਿੱਚ ਆ ਕੇ ਫਿਰ ਮੇਰੇ ਮੁਤਾਬਕ ਕੰਮ ਕਰੇਗਾ। ਰਾਤ ਹੋਏ ਗਰ ਜਾਮਾ ਪਾਏ ਇਸ ਤਰ੍ਹਾਂ ਰਾਤ ਬਤੀਤ ਕੀਤੀ ਇਸ ਚੰਦੂ ਪਾਪੀ ਨੇ। ਦਿਨ ਚੜਿਆ, ਸੋਹਣੇ ਵਸਤਰ ਆਪਣੇ ਗਲ ਦੇ ਵਿੱਚ ਇਸ ਨੇ ਪਾਏ ਹਨ। ਗਇਓ ਮੂੜ ਅਰ ਹਰਖਿਓ ਪਾਏ ਇਹ ਮੂਰਖ ਮਾੜੀ ਮੱਤ ਵਾਲਾ ਬੜਾ ਖੁਸ਼ ਹੋ ਕਰਕੇ ਕਿ ਮੇਰੇ ਸਾਰੇ ਕੰਮ ਜਿਵੇਂ ਬਣ ਜਾਣੇ ਐ, ਇਹ ਬਾਦਸ਼ਾਹ ਜਹਾਂਗੀਰ ਵੱਲ ਨੂੰ ਵੱਧਦਾ ਹੈ। ਬੱਲੀ ਮਾਦ ਸ਼ਾਹੋ ਸ਼ੌਕੀਨ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਉਹਨੂੰ ਜਾ ਕਰਕੇ ਸਲਾਮ ਕਰਦਾ ਹੈ, ਵੰਦਨਾ ਕਰਦਾ ਹੈ, ਭਾਵ ਉਹਨੂੰ ਝੁਕ ਕੇ ਉਹਨੂੰ ਪ੍ਰਣਾਮ ਕਰਨੀ, ਸਲਾਮ ਕਰਨੀ। ਇਸ ਢੰਗ ਦੇ ਨਾਲ ਉਹਦਾ ਸਤਿਕਾਰ ਕਰਦਾ ਹੈ। ਚੁਗਲੀ ਉਗਲਣ ਕੋ ਮਤਹੀਨ ਤੇ ਜਿਹਦੀ ਮਾਤੀ ਚੁਗਲੀ ਕਰਨ ਵਾਲੀ ਹੋਵੇ, ਮੱਤ ਦਾ ਹੀਣਾ, ਹਰ ਵਕਤ ਜਿਵੇਂ ਇਹਦੇ ਢਿੱਡ 'ਚ ਕੋਈ ਗੱਲ ਪਚਦੀ ਨਹੀਂ, ਜਿਵੇਂ ਕੋਈ ਕਿਸੇ ਦਾ ਖਾਦਾ ਹੋਵੇ ਤੇ ਕਈਆਂ ਨੂੰ ਪਚਦਾ ਨਹੀਂ, ਉਲਟੀ ਹੋ ਜਾਂਦੀ ਹੈ, ਸਭ ਕੁਝ ਉਗਲ ਦਿੰਦਾ। ਇਸੇ ਤਰ੍ਹਾਂ ਦੀ ਮੱਤ ਸੀ ਇਸ ਚੰਦੂ ਪਾਪੀ ਦੀ। ਇਹਨੇ ਉਸੇ ਵਕਤ ਜਾ ਕੇ ਬਾਦਸ਼ਾਹ ਨੂੰ ਚੁਗਲੀ ਕਰ ਦਿੱਤੀ ਹੈ। ਹੱਥ ਜੋੜ ਕਰ ਬਾਹਰ ਸੁਣਾਵਾ ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਬਾਦਸ਼ਾਹ ਜਹਾਂਗੀਰ ਨੂੰ ਇਦਾਂ ਕਹਿ ਕੇ ਸੁਣਾਉਂਦਾ ਹੈ। ਉਹ ਅਰਜਨ ਜਗ ਗੁਰੂ ਕਹਾਵਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੂੰ ਜਗਤ ਵਿੱਚ ਲੋਕ ਗੁਰੂ ਕਰਕੇ ਪੂਜਦੇ ਤੇ ਸਤਿਕਾਰ ਕਰਦੇ ਨੇ, ਬਾਦਸ਼ਾਹ ਸਲਾਮਤ ਉਹਨਾਂ ਬਾਰੇ ਸੁਣਨਾ ਕਰੋ। ਚਹੁ ਦਿਸ਼ ਤੇ ਤਨ ਜਿਸ ਟਿਗ ਆਵਾ ਸਾਰੀਆਂ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਹਰ ਪਾਸੇ ਦੇਸ਼ ਵਿਦੇਸ਼ ਤੋਂ ਜਿਨ੍ਹਾਂ ਦੇ ਚਰਨਾਂ ਵਿੱਚ ਸੰਗਤਾਂ ਆ ਕੇ ਜੁੜਦੀਆਂ, ਸਿੱਖ ਆ ਕੇ ਭੇਟਾਵਾਂ ਧਰਦੇ ਨੇ, ਬੜਾ ਧਨ ਜਿਨ੍ਹਾਂ ਦੇ ਚਰਨਾਂ ਵਿੱਚ ਅਰਪਣ ਹੁੰਦਾ ਹੈ। ਤੁਮ ਤੇ ਤਰਾਸ ਨਾ ਕੈਸੇ ਪਾਵੈ ਉਹ ਤੁਹਾਡੇ ਤੋਂ ਡਰਦੇ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡਾ ਡਰ ਨਾ ਮਨ ਵਿੱਚ ਉਹ ਰੱਖਣ। ਨਿਜ ਪੂਜਾ ਅਰ ਧਨ ਕੋ ਦੇਖ ਉਹ ਆਪਣਾ ਸਤਕਾਰ ਤੇ ਆਉਂਦਾ ਹੋਇਆ ਜਦੋਂ ਧਨ ਵੇਖਦੇ ਹਨ, ਜਿਸ ਤੇ ਉਰ ਹੰਕਾਰ ਵਿਸ਼ੇਖ ਉਹਨਾਂ ਦੇ ਮਨ ਵਿੱਚ ਬੜਾ ਹੰਕਾਰ ਭਰਿਆ ਹੈ। ਸ਼ਹਿਜ਼ਾਦਾ ਜੋ ਤੁਮੈ ਨਿਕਾਰਿਓ ਤੁਸੀਂ ਜਿਹੜੇ ਆਪਣੇ ਸ਼ਹਿਜ਼ਾਦੇ ਨੂੰ ਨਿਕਾਲਿਆ ਹੈ, ਭਾਵ ਬਾਗੀ ਕਰਾਰ ਦਿੱਤਾ ਹੈ। ਨਹਿ ਕਿਸ ਜਿਸ ਕੋ ਆਦਰ ਧਾਰਿਓ ਪਰ ਉਹਨਾਂ ਨੇ ਕਿਸੇ ਦਾ ਵੀ ਜਿਸ ਬਾਗੀ ਨੇ ਆਦਰ ਸਤਕਾਰ ਨਹੀਂ ਕੀਤਾ, ਉਹਨਾਂ ਨੇ ਗੁਰੂ ਅਰਜਨ ਸਾਹਿਬ ਨੇ ਉਸ ਤੁਹਾਡੇ ਬਾਗੀ ਪੁੱਤਰ ਦੀ ਮਦਦ ਕੀਤੀ। ਕਿਵੇਂ ਇਹ ਕੰਨ ਭਰਦਾ ਹੈ ਖੁਸਰੋ ਦੀ ਬਗਾਵਤ ਦਾ ਝੂਠਾ ਦੋਸ਼ ਲਾ ਕੇ ਕਿ ਸਤਿਗੁਰਾਂ ਦਾ ਸਾਥ ਦਿੱਤਾ ਹੈ, ਮਦਦ ਕੀਤੀ ਹੈ। ਇਸ ਤੋਂ ਬਾਅਦ ਵਿੱਚ ਕਿਵੇਂ ਕੰਨ ਭਰ ਕੇ ਬਾਦਸ਼ਾਹ ਜਹਾਂਗੀਰ ਦੇ ਵੱਲੋਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਦੇ ਪ੍ਰਤੀ ਜਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰਵਾਉਂਦਾ ਹੈ। ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਤਿਗੁਰੂ ਕਿਰਪਾ ਕਰਕੇ ਆਪ ਸਾਂਝ ਪਵਾਉਣਗੇ। ਸਤਿਗੁਰੂ ਕਿਰਪਾ ਕਰਨ। ਗੁਰੂ ਚਰਨਾਂ ਵਿੱਚ ਬੈਠੇ ਹਾਂ, ਗੁਰੂ ਕੀ ਵਡਿਆਈ, ਗੁਰੂ ਕੀਆਂ ਸਿਫਤਾਂ ਸੁਣ ਕੇ ਸਤਿਗੁਰੂ ਦੇ ਚਰਨਾਂ ਨਾਲ ਸਾਡਾ ਪਿਆਰ ਬਣ ਜਾਵੇ। ਗੁਰੂ ਕੇ ਮਾਰਗ ਤੇ ਤੁਰਨ ਦਾ ਵੱਲ ਆ ਜੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਿਜ ਪੂਜਾ ਅਰ ਧਨ ਕੋ ਦੇਖ ਜਿਸ ਕੇ ਉਰ ਹੰਕਾਰ ਵਿਸ਼ੇਖ ਸਹਿਜਾਦਾ ਜੋ ਤੁਮਹਿ ਨਿਕਾਰਿਓ ਨਹਿ ਕਿਸ ਤਿਸ ਕੋ ਆਦਰ ਧਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।